ਗੁੱਡ ਈਵਨਿੰਗ ਐਵਰੀਵਨ। ਆਪਾਂ ਪਿਛਲੇ ਦੋ ਵਾਰੀਆਂ ਤੋਂ ਡਾਇਬਟੀਜ਼ 'ਤੇ ਗੱਲ ਕੀਤੀ ਅਤੇ ਸੈਕਿੰਡ ਟਾਈਮ ਜਦੋਂ ਆਪਾਂ ਗੱਲ ਕੀਤੀ ਉਹ 'ਚ ਮੇਨ ਇੱਕ ਇੰਪੋਰਟੈਂਟ ਕੰਪੋਨੈਂਟ ਸੀ ਆਪਣੀ weight ਮੈਨੇਜਮੈਂਟ 'ਤੇ। ਅਤੇ ਕਾਫੀ ਲੋਕਾਂ ਦਾ ਰੁਝਾਨ ਹੈਗਾ ਵੀ ਆਪਾਂ ਆਪਣਾ ਵਜ਼ਨ ਕਿੱਦਾਂ ਮੈਨੇਜ ਕਰ ਸਕਦੇ ਹਾਂ। ਅਤੇ ਅੱਜ ਅਗਲੇ 15-20 ਮਿੰਟ 'ਚ ਅਸੀਂ ਡਿਸਕਸ ਕਰਾਂਗੇ weight ਮੈਨੇਜਮੈਂਟ ਬਾਰੇ ਵੀ ਇਹ ਭਾਰ ਘਟਾਉਣਾ ਕਿੱਦਾਂ ਸੰਭਵ ਹੈ। ਦੇਖੋ ਜਿਹੜੇ ਤਾਂ ਨਾ ਪਹਿਲਾਂ ਆਈਡੀਅਲ ਭਾਰ ਕੀ ਹੈ। ਆਈਡੀਅਲ ਭਾਰ ਜਿਹੜਾ ਹੈਗਾ ਉਹ ਫॉर ਵਿਮਨ ਆਪਾਂ ਪਿਛਲੀ ਵਾਰੀ ਦੱਸਿਆ ਹਾਈਟ ਇਨ ਸੈਂਟੀਮੀਟਰ -105 ਕਰ ਦਈਏ ਤਾਂ ਆਈਡੀਅਲ weight ਫॉर ਇਨ ਕੇਜੀ ਵਿਮਨ ਹੈ। ਅਤੇ ਬੰਦਿਆਂ ਦਾ ਜੇ ਆਪਾਂ ਹਾਈਟ ਇਨ ਸੈਂਟੀਮੀਟਰ -100 ਕਰ ਦਈਏ ਤਾਂ ਉਹ ਆਈਡੀਅਲ weight ਫॉर ਮੈਨ ਹੈ। ਅਤੇ ਜਿਹੜੇ ਇਹ ਤੋਂ ਜ਼ਿਆਦਾ ਨੇ ਉਹ ਆਪਣੇ ਆਪ ਨੂੰ ਸਮਝ ਸਕਦੇ ਨੇ ਵੀ ਉਹਨਾਂ ਦਾ ਭਾਰ ਜ਼ਿਆਦਾ ਹੈ ਅਤੇ ਉਹਨਾਂ ਦਾ ਟਾਰਗੇਟ weight ਇੰਨਾ ਕੁ ਹੋਣਾ ਚਾਹੀਦਾ ਹੈਗਾ। ਅਤੇ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਬੋਡੀ ਮਾਸ ਇੰਡੈਕਸ। ਬੋਡੀ ਮਾਸ ਇੰਡੈਕਸ ਐਕਚੁਅਲੀ ਦੇਖਿਆ ਗਿਆ ਵੀ ਚਾਹੇ ਉਹ ਬੰਦਾ ਹੈ ਅਤੇ ਚਾਹੇ ਉਹ ਔਰਤ ਹੈ, ਅਗਰ ਉਹਦੀ ਹਾਈਟ ਡਿਫਰੈਂਟ ਹੋਏਗੀ ਤਾਂ ਓਬਵੀਅਸਲੀ ਉਹਦਾ weight ਵੀ ਡਿਫਰੈਂਟ ਹੋਏਗਾ। ਅਤੇ ਉਹਨੂੰ ਸਟੈਂਡਰਡਾਈਜ਼ ਕਰਨ ਵਾਸਤੇ ਲੋਕਾਂ ਨੇ ਕੀਤਾ ਭਾਰ ਨੂੰ ਹਾਈਟ ਦੇ ਨਾਲ ਡਿਵਾਈਡ ਕਰਨਾ ਸ਼ੁਰੂ ਕਰਤਾ। ਅਤੇ ਇਹਦਾ ਤਰੀਕਾ ਕੀ ਹੈ ਵੀ ਹਾਈਟ ਨੂੰ ਮੀਟਰ 'ਚ ਗਿਣਨਾ ਆਪਾਂ। ਜੇ ਮੰਨ ਲਓ 6 ਫੁੱਟ ਦਾ ਬੰਦਾ ਹੈ ਅਤੇ ਉਹ ਸੈਂਟੀਮੀਟਰ 'ਚ ਮੰਨ ਲਓ 180 ਜਾਂ 182 ਸੈਂਟੀਮੀਟਰ ਹੈ ਅਤੇ ਉਹਨੂੰ ਅਗਰ ਮੀਟਰ 'ਚ ਕਨਵਰਟ ਕਰੀਏ ਤਾਂ 1.82 ਹੋ ਜਾਂਦਾ। ਅਤੇ ਆਪਾਂ ਭਾਰ ਨੂੰ ਹਾਈਟ ਇਨ ਮੀਟਰ ਅਤੇ ਉਹਨੂੰ 2 ਵਾਰੀ ਥੱਲੇ ਮਲਟੀਪਲਾਈ ਕਰਦੇ ਜਾਏ, ਯਾਨੀ ਕਿ ਜੇ ਭਾਰ ਮੰਨ ਲਓ ਕਿਸੇ ਦਾ 86 ਕਿਲੋ ਹੈ ਅਤੇ ਉਹ 86 ਕਿਲੋ ਦਾ ਬੰਦਾ ਅਗਰ 186 ਸੈਂਟੀਮੀਟਰ ਹਾਈਟ ਰੱਖਦਾ ਤਾਂ 1.86 ਇੰਟੂ 1.86 ਨਾਲ ਡਿਵਾਈਡ ਕਰ ਦਿੱਤਾ ਜਾਵੇ ਤਾਂ ਉਹ ਜਿਹੜਾ ਆਉਂਦਾ ਹੈ ਉਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਨੇ। ਅਤੇ ਬੋਡੀ ਮਾਸ ਇੰਡੈਕਸ ਇੰਪੋਰਟੈਂਟ ਕਿਉਂ ਹੈ? ਕਿਉਂਕਿ ਲੋਕਾਂ ਨੇ ਕਲਾਸੀਫਾਈ ਕੀਤਾ ਵੀ ਅਗਰ ਬੋਡੀ ਮਾਸ ਇੰਡੈਕਸ 18.5 ਤੋਂ ਘੱਟ ਹੈ ਅਤੇ ਉਹ ਆਪਣੇ ਐਵਰੇਜ ਭਾਰ ਤੋਂ ਘੱਟ ਚੱਲ ਰਿਹਾ, ਅੰਡਰਵੇਟ ਹੈ। ਅਤੇ ਜੇ ਕਿਸੇ ਦਾ ਭਾਰ 18.5 ਤੇ 22.9 ਦੇ ਵਿਚਕਾਰ ਹੈ ਅਤੇ ਉਹ ਬਿਲਕੁਲ ਹੈਲਦੀ ਹੈ ਅਤੇ ਉਹ ਨੋਰਮਲ ਬੋਡੀ ਮਾਸ ਇੰਡੈਕਸ ਰੱਖਦਾ ਹੈ। ਬਟ ਆਮ ਤੌਰ 'ਤੇ ਅਸੀਂ ਦੇਖਾਂਗੇ ਵੀ ਲੋਕਾਂ ਦਾ ਭਾਰ ਆਪਣੀ ਨੋਰਮਲ ਭਾਰ ਤੋਂ ਜ਼ਿਆਦਾ ਹੈ, ਜਿਹੜੇ ਡਾਇਬਟਿਕ ਨੇ ਜਾਂ ਹਾਈਪਰਟੈਂਸਿਵ ਨੇ। ਅਤੇ ਜੇ ਉਹਨਾਂ ਦਾ ਭਾਰ ਜ਼ਿਆਦਾ ਹੈ ਤਾਂ ਉਹ ਕਿਹੜੀ ਕੈਟਾਗਰੀ 'ਚ ਆਉਂਦੇ ਨੇ? ਜੇ ਤਾਂ ਉਹ 23 ਤੇ 24.9 'ਚ ਆਉਂਦੇ ਨੇ ਅਤੇ ਓਵਰਵੇਟ ਹੈ, ਅਤੇ 25 ਤੋਂ ਜ਼ਿਆਦਾ ਆਉਂਦੇ ਅਤੇ ਉਹਨੂੰ ਓਬੀਜ਼ ਕਹਿ ਦਿੱਤਾ ਜਾਂਦਾ ਹੈ। ਅਤੇ ਜੇ 30 ਤੋਂ ਜ਼ਿਆਦਾ ਕਹਿ ਦਈਏ ਤਾਂ ਉਹ ਸੀਵੀਅਰਲੀ ਓਬੀਜ਼ ਨੇ, ਜਿਨ੍ਹਾਂ ਵਾਸਤੇ ਅੱਜ ਕੱਲ੍ਹ ਬੀਡੀਆਟ੍ਰਿਕ ਸਰਜਰੀ ਦੀ ਗੱਲ ਚੱਲ ਰਹੀ ਹੈ। ਬਟ ਜਿਹੜੇ ਵੀ ਇਹ ਮੋਟਾਪਾ ਹੈ ਜਾਂ ਓਵਰਵੇਟ ਹੈ ਜਾਂ ਓਬੇਸਿਟੀ ਮੋਟਾਪਾ ਹੈ, ਇਹ ਇੱਕ ਹਾਇਰ ਜਿਹੜਾ BMI ਹੈ ਇਹ ਰਿਸਕ ਫੈਕਟਰ ਹੈ ਹਾਈਪਰਟੈਂਸ਼ਨ ਦਾ। ਅਤੇ ਇਹਨਾਂ ਦਾ BP ਵਧਣ ਦੀ ਆਸ਼ੰਕਾ ਵੱਧ ਜਾਂਦੀ ਹੈ ਜਿਨ੍ਹਾਂ ਦਾ BMI ਜ਼ਿਆਦਾ ਹੋਵੇ। ਦੂਜੇ ਪਾਸੇ ਦੇਖਿਆ ਜਾਵੇ ਵੀ ਜਿਹੜੇ ਬੰਦੇ ਮੋਟੇ ਹੁੰਦੇ ਨੇ ਉਹਨਾਂ ਦਾ ਪੇਟ ਦਾ ਦਾਇਰਾ ਮਾਪਿਆ ਜਾਂਦਾ। ਜੇ ਪੇਟ ਦਾ ਦਾਇਰਾ ਬੰਦਿਆਂ ਵਿਚਕਾਰ 90 ਸੈਂਟੀਮੀਟਰ ਤੋਂ ਜ਼ਿਆਦਾ ਹੈ ਜਾਂ ਬੰਦਿਆਂ ਦੇ ਵਿਚਕਾਰ 80 ਸੈਂਟੀਮੀਟਰ ਤੋਂ ਜ਼ਿਆਦਾ ਹੈ ਤਾਂ ਉਹ ਬੇਸਿਕਲੀ ਐਬਨੋਰਮਲ ਗਿਣਿਆ ਜਾਂਦਾ ਹੈ। ਅਤੇ ਦੇਖਿਆ ਗਿਆ ਵੀ ਜਿਨ੍ਹਾਂ ਦਾ ਇਹ ਪੇਟ ਦਾ ਦਾਇਰਾ ਜ਼ਿਆਦਾ ਹੈ ਉਹ ਉਹਨਾਂ ਨੂੰ ਡਾਇਬਟੀਜ਼ ਹੋਣ ਦੇ ਚਾਂਸਿਸ ਹੁੰਦੇ ਨੇ। ਇਹ ਇੱਕ ਜਗ੍ਹਾ ਅਪੋਲੋ ਹਸਪੀਟਲਸ ਨਾਲ ਮੈਂ ਵੀ ਆਪਣੀ ਰਿਸਰਚ ਕੀਤੀ ਹੋਈ ਹੈ, ਜਿਹਦੇ ਅੰਦਰ ਅਸੀਂ ਇਹ ਪਬਲਿਸ਼ ਕੀਤਾ ਹੈ ਬਈ 90 ਤੋਂ ਜ਼ਿਆਦਾ ਪੇਟ ਦਾ ਦਾਇਰਾ ਰੱਖਣ ਵਾਲੇ ਬੰਦੇ ਅਤੇ 80 ਤੋਂ ਜ਼ਿਆਦਾ ਪੇਟ ਦਾ ਦਾਇਰਾ ਰੱਖਣ ਵਾਲੀ ਬੰਦੀਆਂ 'ਚ ਡਾਇਬਟੀਜ਼ ਕਾਮਨ ਹੈ। ਅਤੇ ਜੇ ਡਾਇਬਟੀਜ਼ ਦਾ ਆਪਾਂ ਕਹੀਏ ਵੀ ਸਭ ਤੋਂ ਸੌਖਾ ਤਰੀਕਾ ਕੀ ਹੈ ਸਿਰਫ ਭਾਰ ਜਾਂ ਹਾਈਟ ਜਾਂ ਮਾਪ ਲੈ ਕੇ ਦੇਖਣ ਦਾ, ਅਤੇ ਉਹ ਹੈ ਪੇਟ ਦਾ ਦਾਇਰਾ। ਜਿਹਦਾ ਪੇਟ ਦਾ ਦਾਇਰਾ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਡਾਇਬਟੀਜ਼ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਹੈ। ਇੱਦਾਂ ਹੀ ਜਿਹਨਾਂ ਦਾ ਬੋਡੀ ਮਾਸ ਇੰਡੈਕਸ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਹਾਈਪਰਟੈਂਸ਼ਨ ਹੋਣ ਦੇ ਯਾਨੀ ਕਿ BP ਵਧਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਇਸ ਕਰਕੇ ਭਾਰ ਇੱਕ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਜਿਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਇਹ ਇੱਕ BP ਦਾ, ਹਾਈਪਰਟੈਂਸ਼ਨ ਦਾ ਅਤੇ ਸ਼ੂਗਰ ਦਾ ਇੱਕ ਇੰਪੋਰਟੈਂਟ ਰਿਸਕ ਫੈਕਟਰ ਹੈ। ਹੁਣ ਭਾਰ ਕਿਉਂ ਵੱਧਦਾ ਹੈ? ਭਾਰ ਆਮ ਤੌਰ 'ਤੇ ਜ਼ਿਆਦਾ ਖਾਣ ਨਾਲ ਵੱਧਦਾ ਹੈ, ਠੀਕ ਹੈ। ਅਤੇ ਆਪਾਂ ਦੇਖਾਂਗੇ ਵੀ ਜਿੱਦਾਂ ਆਪਣੀ ਫੂਡ ਦੀ ਅਵੇਲੇਬਿਲਿਟੀ, ਖਾਣ ਪੀਣ ਦਾ ਸਮਾਨ ਆਪਣੇ ਕੋਲ ਵਧੀ ਗਿਆ ਅਤੇ ਆਪਣਾ ਲੋਕਾਂ ਦਾ ਆਮ ਤੌਰ 'ਤੇ ਭਾਰ ਵਧੀ ਗਿਆ। ਜੇ ਅੱਜ ਤੋਂ 20-25 ਸਾਲ 30 ਸਾਲ ਪਹਿਲਾਂ ਸੋਚੀਏ ਤਾਂ ਲੋਕ ਇੰਨੇ ਭਾਰੇ ਨਹੀਂ ਹੁੰਦੇ ਸੀ ਜਿੰਨੇ ਹੁਣ ਭਾਰੇ ਹੋਣ ਲੱਗ ਗਏ। ਉਹਦਾ ਕਾਰਨ ਹੈ ਓਵਰ ਈਟਿੰਗ ਵਿਚਕਾਰ ਜ਼ਿਆਦਾ ਖਾਣਾ ਵੀ ਹੋ ਗਿਆ ਅਤੇ ਜ਼ਿਆਦਾ ਪ੍ਰੋਸੈਸਡ ਫੂਡ ਖਾਣਾ ਹੋ ਗਿਆ, ਜਿਹੜਾ ਕਿ ਬੇਸਿਕਲੀ ਹਾਈ ਐਨਰਜੀ ਆ। ਆਪਾਂ ਇਹਦੇ ਬਾਰੇ ਵੀ ਬਾਅਦ 'ਚ ਗੱਲ ਕਰਾਂਗੇ। ਦੂਜਾ ਜਿਹੜਾ ਹੈਗਾ ਲੋਕਾਂ ਦੀ ਤੁਰਨਾ ਫਿਰਨਾ ਘੱਟ ਗਿਆ, ਭੱਜਣਾ ਘੱਟ ਗਿਆ, ਅਤੇ ਇਹਨੂੰ ਆਪਾਂ ਡਿਕਰੀਜ਼ਡ ਐਕਟੀਵਿਟੀ ਕਹਿੰਦੇ ਹਾਂ। ਓਵਰ ਈਟਿੰਗ ਅਤੇ ਡਿਕਰੀਜ਼ਡ ਐਕਟੀਵਿਟੀ ਅਗਰ ਦੋਨੋਂ ਜੁੜ ਜਾਣ ਤਾਂ ਇਹ ਖਤਰਨਾਕ ਕੰਬੀਨੇਸ਼ਨ ਹੈ। ਅਤੇ ਆਮ ਤੌਰ 'ਤੇ ਲੋਕ ਭਾਰੇ ਹੋਈ ਜਾਂਦੇ ਨੇ ਅਤੇ ਭਾਰ ਦੇ ਨਾਲ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਜਿਸ 'ਚ BP ਅਤੇ ਸ਼ੂਗਰ ਦੇ ਇਲਾਵਾ ਗੋਡਿਆਂ ਦੀ ਦਰਦ, ਆਸਟੋਆਰਥਰਾਈਟਿਸ ਅਤੇ ਆਪਾਂ ਇੱਕ ਓਵਰਆਲ ਮੈਟਾਬੋਲਿਕ ਸਿੰਡਰੋਮ ਕਹਿ ਦਿੰਦੇ ਹਾਂ। ਅਤੇ ਇਹਦੇ ਵਿਚਕਾਰ ਸੋਜਿਸ਼ ਦੇ ਵਧਣੇ ਦੇ ਚਾਂਸਿਸ ਅਤੇ ਹੋਰ ਕਈ ਚੀਜ਼ਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਓਵਰ ਈਟਿੰਗ ਅਤੇ ਡਿਕਰੀਜ਼ ਐਕਟੀਵਿਟੀ ਇਹ ਇੱਕ ਐਸਾ ਸਾਈਕਲ ਹੈ ਜਿਹੜਾ ਕਿ ਇੱਕ ਦੂਜੇ ਨੂੰ ਐਗਰੇਵੇਟ ਕਰਦਾ ਰਹਿੰਦਾ। ਜ਼ਿਆਦਾ ਖਾ ਕੇ ਬੰਦਾ ਘੱਟ ਤੁਰਦਾ, ਘੱਟ ਤੁਰ ਕੇ ਬੰਦਾ ਜ਼ਿਆਦਾ ਖਾਂਦਾ।
ਤੇ ਇਹਦੇ ਕਰਕੇ ਆ ਦਿੱਕਤਾਂ ਵੱਧ ਰਹੀਆਂ। ਓਵਰ ਈਟਿੰਗ ਮੇਰੇ ਹਿਸਾਬ ਨਾਲ ਥੋੜ੍ਹਾ ਜਿਹਾ ਉਦਾਸੀ ਨਾਲ ਵੀ ਰਿਲੇਟਡ ਹੈ। ਜਦੋਂ ਬੰਦਾ ਉਦਾਸ ਹੁੰਦਾ ਹੈ ਅਤੇ ਕੁਝ ਖਾਂਦਾ ਹੈ ਅਤੇ ਉਹਨੂੰ ਖੁਸ਼ੀ ਮਿਲਦੀ ਹੈ। ਅਤੇ ਜੇ ਆਪਾਂ ਰੋਜ਼ਮर्रा ਦੀ ਜ਼ਿੰਦਗੀ 'ਚ ਖੁਸ਼ ਨਹੀਂ ਹੈਗੇ, ਉਦਾਸ ਹੈਗੇ ਤਾਂ ਸਾਨੂੰ ਜ਼ਿਆਦਾ ਖਾਣ ਦੀ ਆਦਤ ਪੈ ਜਾਂਦੀ ਹੈ, ਕਿਉਂਕਿ ਸਭ ਤੋਂ ਸੌਖਾ ਤਰੀਕਾ ਖੁਸ਼ ਹੋਣ ਦਾ ਖਾਣਾ ਹੈ। ਅਤੇ ਇਸ ਕਰਕੇ ਇਨਸਾਨ ਜੇ ਕਿਸੇ ਹੋਰ ਤਰੀਕੇ ਨਾਲ ਆਪਣੇ ਆਪ ਨੂੰ ਖੁਸ਼ ਰੱਖ ਸਕੇ ਤਾਂ ਸ਼ਾਇਦ ਉਹਨੂੰ ਖਾਣ ਦੀ ਲੋੜ ਨਾ ਪਏ। ਅਤੇ ਆਪਾਂ ਇਸੀ ਪੁਆਇੰਟ 'ਤੇ ਤੀਜੇ ਪੁਆਇੰਟ 'ਤੇ ਆਉਂਦੇ ਹਾਂ ਵੀ ਜਿਹੜੀਆਂ ਬਿਮਾਰੀਆਂ ਨੇ ਲਾਈਕ ਥਾਇਰੋਇਡ ਹੈ ਨਾ, ਜੇ ਕਿਸੇ ਦਾ ਥਾਇਰੋਇਡ ਹਾਈਪੋਥਾਇਰੋਇਡ ਜਿਹਨੂੰ ਕਹਿੰਦੇ ਨੇ ਵੀ ਥਾਇਰੋਕਸਿਨ ਹਾਰਮੋਨ ਘੱਟ ਸਕ੍ਰੀਟ ਹੋ ਰਿਹਾ ਬੋਡੀ ਦੇ ਅੰਦਰ, ਅਤੇ ਉਹ 'ਚ ਮੋਟਾਪਾ ਹੋ ਸਕਦਾ। ਇੱਦਾਂ ਹੀ ਡਿਪਰੈਸ਼ਨ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਜੇ ਸੱਚੀ ਮੁੱਚੀ ਕਲੀਨਿਕਲ ਡਿਪਰੈਸ਼ਨ ਯਾਨੀ ਕਿ ਡਾਕਟਰੀ ਤੌਰ 'ਤੇ ਵੀ ਡਿਪਰੈਸ਼ਨ ਹੈਗੀ ਹੈ, ਅਤੇ ਉਹ ਬੇਸਿਕਲੀ ਬੰਦਾ ਖੁਸ਼ ਹੋਣ ਵਾਸਤੇ ਖਾਣਾ ਖਾਈ ਜਾਂਦਾ ਅਤੇ ਉਹਦੇ ਕਰਕੇ ਔਰ ਡਿਕਰੀਜ਼ਡ ਐਕਟੀਵਿਟੀ ਕਰਦਾ, ਜਿਹਦੇ ਕਰਕੇ ਉਹਦਾ ਓਵਰਵੇਟ ਜਾਂ ਓਬੇਸਿਟੀ ਮੋਟਾਪਾ ਹੋਣ ਦੇ ਕਾਰਨ ਬਣ ਜਾਂਦੇ ਨੇ। ਅਤੇ ਇਸ ਕਰਕੇ ਹੈਲਦੀ ਡਾਈਟ ਬਹੁਤ ਹੀ ਇੰਪੋਰਟੈਂਟ ਹੈ ਵੇਟ ਘਟਾਉਣ ਵਾਸਤੇ ਅਤੇ ਬਿਮਾਰੀਆਂ ਨੂੰ ਭਜਾਉਣ ਵਾਸਤੇ। ਹੁਣ ਮੈਂ ਸਿੰਪਲ ਇੱਕ ਮੈਥਸ ਹੈ ਜਿਹਦੇ ਵਿਚਕਾਰ ਨਾ ਸਾਡਾ 1 ਗ੍ਰਾਮ ਚਰਬੀ ਜਿਹੜੀ ਹੈ ਨਾ ਉਹ 9 ਕੈਲਰੀਜ਼। ਹੁਣ ਕੈਲਰੀਜ਼ ਕੀ ਹੁੰਦੀ ਹੈ? ਕੈਲਰੀ ਇੱਕ ਯੂਨਿਟ ਹੈ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਊਰਜਾ ਦਾ ਯੂਨਿਟ ਹੈ। ਜੇ ਆਪਾਂ ਕੋਈ ਵੀ એનર્ਜੀ ਦੀ ਯੂਨਿਟ ਲਈਏ ਉਹ ਕੈਲਰੀਜ਼ ਹੈ, ਅਤੇ ਇਹ ਕੇ ਪਾਉਂਦੇ ਹਾਂ ਕਿਲੋ ਕੈਲਰੀਜ਼, ਯਾਨੀ ਕਿ 9000 ਕੈਲਰੀਜ਼ ਨੇ। 1 ਗ੍ਰਾਮ ਫੈਟ ਦੇ ਅੰਦਰ 9000 ਕੈਲਰੀਜ਼ ਨੇ, ਬਟ ਆਪਾਂ ਕਿਲੋ ਕੈਲਰੀ ਦਾ ਇੱਕ ਯੂਨਿਟ ਲੈ ਕੇ ਚੱਲਾਂਗੇ ਆਪਣੇ ਵਾਸਤੇ ਜਦੋਂ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇਹ ਕੈਲਰੀਜ਼ ਜਿਹੜੀਆਂ ਨੇ ਇਹ ਪਰ ਬੰਦਾ ਆਪਾਂ ਨਿਰਧਾਰਿਤ ਕੀਤੀਆਂ। ਜਦੋਂ ਆਪਾਂ ਪਿਛਲੀ ਟਾਕ ਕੀਤੀ ਵੀ ਜੇ ਕੋਈ ਮਾੜਾ ਮੋਟਾ ਚੱਲਦਾ ਫਿਰਦਾ ਬੰਦਾ ਹੈਗਾ, 25 ਕਿਲੋ ਕੈਲਰੀਜ਼ ਪਰ ਕੇਜੀ ਬਾਡੀ ਵੇਟ ਦੇ ਮੁਤਾਬਿਕ ਉਹਨੂੰ ਚਾਹੀਦੀਆਂ ਨੇ। ਜੇ 100 ਕਿਲੋ ਦਾ ਬੰਦਾ ਹੈ ਅਤੇ 25000 ਕਿਲੋ ਕੈਲਰੀਜ਼ ਉਹਨੂੰ ਚਾਹੀਦੀਆਂ ਨੇ। ਜੇ ਆਈਡਲ ਬਾਡੀ ਵੇਟ ਮੰਨ ਲਓ 50 ਹੈ ਅਤੇ 50 × 25 ਯਾਨੀ ਕਿ 1250 ਕਿਲੋ ਕੈਲਰੀਜ਼ ਉਹਨੂੰ ਦਿੰਦੀਆਂ ਲੈਣੀਆਂ ਚਾਹੀਦੀਆਂ ਨੇ। ਅਤੇ ਇਸ ਮੁਤਾਬਿਕ ਅਸੀਂ ਕਹਿੰਦੇ ਹਾਂ ਵੀ ਸਾਡੀ ਜਿਹੜੀ ਡਾਈਟ ਹੈ ਉਹ ਕੈਲਰੀਜ਼ ਡਿਸਾਈਡ ਕਰਨਗੀਆਂ ਵੀ ਆਪਾਂ ਕਿੰਨੀ ਖਾਣੀ ਹੈ। ਅਤੇ ਹੁਣ ਕੈਲਰੀਜ਼ ਤਾਂ ਆਪਾਂ ਡਿਸਾਈਡ ਕਰ ਲਾਂਗੇ, ਬਟ ਉਸ ਕੈਲਰੀਜ਼ ਦੇ ਵਿੱਚ ਕੀ ਖਾਣਾ ਚਾਹੀਦਾ ਤਾਂ ਕਿ ਆਪਣੀ ਸਿਹਤ ਸਹੀ ਬਣੀ ਰਹੇ, ਉਹਦੇ ਬਾਰੇ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ। ਇਹ ਬੜਾ ਇੰਪੋਰਟੈਂਟ ਹੈ ਸਮਝਣਾ ਵੀ ਜੇ 1 ਗ੍ਰਾਮ 'ਚ 9 ਕੈਲਰੀ ਹੈ ਅਤੇ 1 ਕਿਲੋਗ੍ਰਾਮ ਭਾਰ ਘਟਾਉਣ ਵਾਸਤੇ 9000 ਕੈਲਰੀਜ਼ ਘੱਟ ਖਾਣੀ ਹੈ। ਜੇ ਮੰਨ ਲਓ ਬੰਦਾ ਇੱਕ ਦਿਨ 'ਚ ਆਪਣੀ ਡਾਈਟ 'ਚ 500 ਕੈਲਰੀ ਘਟਾ ਦਿੰਦਾ, ਮੰਨ ਲਓ ਉਹਨੂੰ 1800 ਕੈਲਰੀ ਚਾਹੀਦੀਆਂ ਸੀ ਅਤੇ ਉਹ 1300 ਕੈਲਰੀ ਖਾ ਰਿਹਾ, ਤਾਂ ਉਹਦੀ ਐਕਸਪੈਕਟੇਸ਼ਨ ਹੋਣੀ ਚਾਹੀਦੀ ਵੀ 1 ਕਿਲੋ ਭਾਰ 18 ਦਿਨਾਂ 'ਚ 3 ਹਫ਼ਤਿਆਂ 'ਚ ਆਲਮੋਸਟ ਘਟੇਗਾ। ਅਤੇ ਖਾਣ ਘਟਾਉਣਾ ਸਭ ਤੋਂ ਜ਼ਰੂਰੀ ਹੈ, ਅਤੇ ਇਹ ਮੰਨਿਆ ਜਾਂਦਾ ਵੀ 90% ਜਿਹੜਾ ਵੇਟ ਰਿਡਕਸ਼ਨ ਹੈ ਉਹ ਡਾਈਟ ਰਿਲੇਟਡ ਹੈ। ਉੱਤੇ ਵੀ ਆਪਾਂ ਚਰਚਾ ਕਰਾਂਗੇ ਐਕਸਰਸਾਈਜ਼ ਕਿੰਨਾ ਰੋਲ ਅਦਾ ਕਰ ਸਕਦੀ ਹੈ ਵਰਸਸ ਡਾਈਟ। ਬਟ ਤੁਸੀਂ ਦੇਖੋਗੇ ਵੀ ਡਾਈਟ ਜੇ ਸਿੰਪਲ 500 ਕੈਲਰੀ ਆਪਾਂ ਘਟਾ ਕੇ ਰੱਖੀਏ ਤਾਂ ਆਪਣਾ ਭਾਰ ਆਟੋਮੈਟਿਕਲੀ 3 ਹਫ਼ਤਿਆਂ 'ਚ 1 ਕਿਲੋ ਘਟਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜਿਹੜੇ ਬੰਦੇ ਵਜ਼ਨ ਜ਼ਿਆਦਾ ਹੈ ਉਹਨਾਂ ਨੂੰ 5% ਵੇਟ ਰਿਡਕਸ਼ਨ ਸਿੰਪਲ ਆਪਣਾ ਇੱਕ ਵਿਸਰਲ ਫੈਟ ਜਿਹੜਾ ਕਿ ਆਂਤੜੀਆਂ ਦੇ ਆਸ-ਪਾਸ ਚਰਬੀ ਜਿਹੜੀ ਹੈ ਉਹਨੂੰ ਘਟਾਉਣ ਵਾਸਤੇ ਚਾਹੀਦਾ। ਅਤੇ ਚਰਬੀ ਆਂਤੜੀਆਂ ਦੇ ਆਸ-ਪਾਸ ਘਟੀ ਚਰਬੀ ਜਿਹੜੀ ਹੈਗੀ ਹੈ ਉਹ ਬੇਸਿਕਲੀ ਇੱਕ ਅਜੀਬ ਜਿਹੀ ਭੁੱਖ ਲੱਗਦੀ ਹੈ ਰੋਟੀ ਖਾਣ ਤੋਂ ਬਾਅਦ, ਵੀ ਲੱਗਦਾ ਹੈ ਵੀ ਆਪਾਂ ਖਾਈ ਜਾਈਏ। ਉਹ ਜਿਹੜੀਆਂ ਹੰਗਰ ਪੈਂਗਸ ਨੇ ਉਹਨੂੰ ਘਟਾਉਣ 'ਚ ਕਾਫੀ ਮਦਦ ਕਰਦਾ ਹੈ ਜੇ ਆਪਾਂ ਸਿੰਪਲ ਆਪਣਾ ਆਂਤੜੀਆਂ ਦੇ ਆਸ-ਪਾਸ ਫੈਟ ਜਿਹੜਾ ਕਿ 5% ਆਫ ਬਾਡੀ ਵੇਟ ਬਣਾ ਰਿਹਾ। 100 ਕਿਲੋ ਦਾ ਬੰਦਾ ਜੇ ਸਿੰਪਲ 95 ਕਿਲੋ ਆ ਜਾਏ ਤਾਂ ਉਹਦੇ ਜਿਹੜੇ ਭੁੱਖ ਦੇ ਦੌਰੇ ਨੇ ਉਹ ਘਟ ਜਾਂਦੇ ਨੇ। ਅਤੇ ਤੁਸੀਂ ਦੇਖੋਗੇ ਵੀ ਸਭ ਤੋਂ ਖਤਰਨਾਕ ਚੀਜ਼ਾਂ ਕਿਹੜੀਆਂ ਨੇ। ਮੈਂ ਸੱਜੇ ਪਾਸੇ 2 ਫੋਟੋਆਂ ਲਾਈਆਂ, ਇੱਕ ਹੈਗੀ ਹੈ ਹਲਦੀਰਾਮ ਦਾ ਭੁਜੀਆ। ਜੇ ਤੁਸੀਂ ਭੁਜੀਆ ਦੇਖੋਗੇ 100 ਗ੍ਰਾਮ ਭੁਜੀਏ ਦੇ ਉੱਤੇ ਪੜੋਗੇ ਅਤੇ 580 ਕੈਲਰੀਜ਼ ਨੇ। ਆਪਾਂ ਬਾਅਦ 'ਚ ਆਵਾਂਗੇ ਰੋਟੀ 'ਚ 80 ਕੈਲਰੀ ਹੁੰਦੀਆਂ। ਅਤੇ ਤੁਸੀਂ ਦੇਖੋ ਵੀ ਜਿਹੜਾ ਬੰਦਾ 100 ਗ੍ਰਾਮ ਭੁਜੀਏ ਦਾ ਪੈਕਟ ਖਾ ਰਿਹਾ ਉਹ ਆਲਮੋਸਟ 7 ਤੋਂ 7.5 ਰੋਟੀਆਂ ਖਾ ਰਿਹਾ। ਠੀਕ ਹੈ ਜੀ, 80 ਕੈਲਰੀ ਦੀ ਇੱਕ ਰੋਟੀ ਹੈ ਅਤੇ 80 7 560 ਅਤੇ 560 ਕੈਲਰੀ ਬੇਸਿਕਲੀ 7 ਰੋਟੀਆਂ 100 ਗ੍ਰਾਮ ਭੁਜੀਏ 'ਚ ਨੇ। ਅਤੇ ਇਸ ਕਰਕੇ ਜਿਹੜਾ ਪ੍ਰੋਸੈਸਡ ਫੂਡ ਹੈ ਉਹ ਕਾਫੀ ਖਤਰਨਾਕ ਹੈ ਅਤੇ ਇਹਨੂੰ ਬਹੁਤ ਸੋਚ ਸਮਝ ਕੇ ਖਾਣਾ ਚਾਹੀਦਾ। ਆਪਾਂ ਕਹਿੰਦੇ ਹਾਂ ਵੀ ਇਸ ਥੋੜ੍ਹਾ ਜਿਹਾ 2 ਬਿਸਕਿਟ ਲੈਂਦੇ ਹਾਂ ਜੀ, ਆਪਾਂ ਥੋੜ੍ਹਾ ਜਿਹਾ ਭੁਜੀਆ ਹੀ ਖਾਂਦੇ ਹਾਂ ਜੀ, ਬਟ ਆਪਾਂ ਰੋਟੀ ਨਹੀਂ ਖਾਂਦੇ। ਅਤੇ ਇਮੈਜਿਨ ਕਰਨ ਦੀ ਗੱਲ ਹੈ ਵੀ 100 ਗ੍ਰਾਮ ਬਿਸਕਿਟ ਜੇ ਤੁਸੀਂ ਥੱਲਾ ਪੈਕਟ ਦੇਖੋ ਇਹ ਬੇਸਿਕਲੀ ਜਿਹੜੇ ਆਪਾਂ ਬੜੇ ਹੈਲਦੀ ਫਾਈਬਰ ਵਾਲੇ ਬਿਸਕੁਟ ਮੰਨਦੇ ਹਾਂ ਉਹਦੇ ਅੰਦਰ ਵੀ 500 ਕੈਲਰੀ ਦੇ ਆਸ-ਪਾਸ 100 ਗ੍ਰਾਮ ਬਿਸਕੁਟ 'ਚ ਹੈਗਾ। ਅਤੇ ਯਾਨੀ ਕਿ ਭੁਜੀਆ ਲੈ ਲਓ, ਬਿਸਕੁਟ ਲੈ ਲਓ, ਜੇ ਕਿਸੇ ਨੇ ਡਾਈਟ ਭੁਜੀਆ ਦੇ ਪਿੱਛੇ ਵੀ ਪੈਕਟ ਖੋਲ੍ਹ ਕੇ ਦੇਖਿਆ, ਪੈਕਟ ਪਕੜ ਕੇ ਦੇਖਿਆ ਹੋਵੇ, ਉਹ 'ਚ ਵੀ ਸੇਮ ਕੈਲਰੀਜ਼ ਹੁੰਦੀਆਂ। ਉਹ ਨਾਈਮ ਦਾ ਹੀ ਡਾਈਟ ਭੁਜੀਆ ਹੈਗਾ, ਬਟ ਐਕਚੁਅਲੀ ਉਹਦੀ ਕੈਲਰੀ ਵੈਲਿਊ ਸੇਮ ਰਹਿੰਦੀਆਂ ਨੇ। ਅਤੇ ਇਸ ਕਰਕੇ ਆਪਾਂ ਜੇ 100 ਗ੍ਰਾਮ ਭੁਜੀਆ ਜਾਂ ਫਿਰ 100 ਗ੍ਰਾਮ ਬਿਸਕੁਟ ਖਾ ਰਹੇ ਹਾਂ, ਆਪਾਂ ਬੇਸਿਕਲੀ 7 ਰੋਟੀਆਂ ਦੇ ਬਰਾਬਰ ਕੁਝ ਖਾ ਰਹੇ ਹਾਂ। ਅਤੇ ਪ੍ਰੋਸੈਸਡ ਫੂਡ ਜਦੋਂ ਵੀ ਪੈਕਟ ਖੋਲ੍ਹ ਕੇ ਫੂਡ ਖਾਣਾ ਹੈ ਅਤੇ ਉਹਦੇ ਬਾਰੇ ਧਿਆਨ ਰੱਖਣਾ ਹੈ। ਹੁਣ ਆਪਾਂ ਫੂਡ ਦੀ ਗੱਲ ਕਰਦੇ ਹਾਂ ਵੀ ਖਾਣੇ 'ਚ ਕੀ ਚੀਜ਼ ਹੈ ਜਿਹੜੀ ਕਿ ਸਾਨੂੰ ਹੈਲਦੀ ਕਰ ਸਕਦੀ ਹੈ। ਦੇਖੋ ਕੋਈ ਵੀ ਖਾਣਾ ਸਰਵ ਸੰਪੰਨ ਨਹੀਂ ਹੁੰਦਾ। ਸਿਰਫ ਇੱਕ ਮਾਂ ਦਾ ਦੁੱਧ ਹੈ ਜਿਹੜਾ ਨਵੇਂ ਜੰਮੇ ਬੱਚੇ ਵਾਸਤੇ 4 ਮਹੀਨੇ ਤੋਂ 6 ਮਹੀਨੇ ਤੱਕ ਉਹਦੇ ਵਾਸਤੇ ਕੰਪਲੀਟ ਫੂਡ ਹੈ, ਉਹਨੂੰ ਕੁਝ ਵੀ ਹੋਰ ਖਾਣ ਦੀ ਲੋੜ ਨਹੀਂ ਪੈਣੀ। ਬਟ ਉਸ ਤੋਂ ਬਾਅਦ ਵੀ ਉਹਨੂੰ ਜੇ 6 ਮਹੀਨੇ ਤੋਂ ਬਾਅਦ ਉਹਨੂੰ ਬੱਚੇ ਨੂੰ ਵੀ
ਐਕਸਟਰਾ ਖਾਣ ਦੀ ਲੋੜ ਪਵੇਗੀ। ਇਸ ਕਰਕੇ ਕੰਪਲੀਟ ਫੂਡ ਇਸ ਦੁਨੀਆ 'ਚ ਕੋਈ ਨਹੀਂ ਬਣਿਆ ਵੀ ਆਹ ਖਾਵਾਂਗੇ ਤਾਂ ਆਪਾਂ ਹੈਲਦੀ ਰਵਾਂਗੇ। ਤੇ ਇਸ ਕਰਕੇ ਫੂਡ ਦੇ ਇੰਗਰੀਡੀਐਂਟਸ ਸਾਨੂੰ ਸਮਝਣ ਦੀ ਲੋੜ ਹੈ ਵੀ ਫੂਡ 'ਚ ਕੀ ਚੀਜ਼ਾਂ ਹੁੰਦੀਆਂ ਜਿਹਦਾ ਆਪਾਂ ਧਿਆਨ ਰੱਖ ਕੇ ਆਪਾਂ ਉਹਦਾ ਸੇਵਨ ਕਰੀਏ। ਤੇ ਫੂਡ ਆਪਾਂ ਨੂੰ ਉਨਾ ਖਾਣਾ ਚਾਹੀਦਾ ਵੀ ਸਾਨੂੰ ਇਨਫ એનર્ਜੀ ਪ੍ਰੋਵਾਈਡ ਹੋਵੇ ਤੇ ਸਾਡੇ ਬੋਡੀ ਫੰਕਸ਼ਨ ਚੱਲਦੇ ਰਹਿਣ। ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਮੈਂ ਮੈਡੀਸਿਨ ਪੜ੍ਹਦਾ ਸੀ ਤੇ ਉਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਸੀ ਬੱਚਿਆਂ ਨੂੰ ਖਾਣਾ ਨਹੀਂ ਮਿਲਦਾ ਸੀ ਤੇ ਮਾਲ ਨਿਊਟ੍ਰੀਸ਼ਨ ਇੱਕ ਬਹੁਤ ਵੱਡਾ ਇਸ਼ੂ ਸੀ। ਕਿਤਾਬਾਂ ਦੇ ਅੰਦਰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ ਵੀ ਜੇ ਬੱਚਾ ਬਹੁਤ ਜ਼ਿਆਦਾ ਪਤਲਾ ਹੈ ਤੇ ਉਹ ਮਰਾਸਮਸ ਹੈ, ਜੇ ਉਹਦਾ ਪਤਲੇ ਤੋਂ ਬਾਅਦ ਉਹਦਾ ਪੇਟ ਫੁੱਲਣ ਲੱਗ ਗਿਆ ਤੇ ਉਹ ਕੁਆਸ਼ਵਰਕਰ ਹੈ। ਤੇ ਅੱਜ ਕੱਲ੍ਹ ਮਾਡਰਨ ਸੋਸਾਇਟੀ ਦੇ ਅੰਦਰ ਉਹ ਬਿਮਾਰੀਆਂ ਹੈਗੀਆਂ ਬਟ ਹੁਣ ਬਹੁਤ ਰੇਅਰ ਹੋ ਗਈਆਂ ਵੀ ਭੁੱਖਮਰੀ ਦੇ ਨਾਲ ਲੋਕੀ ਮਰਨੇ ਘਟ ਗਏ। ਬਟ ਆਪਣੇ ਜਿੱਦਾਂ ਸਟੇਟ ਦਾ ਹਾਲ ਹੈ ਇਹਦੇ ਮੁਤਾਬਿਕ ਆਪਾਂ ਓਵਰਵੇਟ ਬਹੁਤ ਜ਼ਿਆਦਾ ਦੇਖ ਰਹੇ ਹਾਂ। ਹੁਣ ਜਿਹੜੇ ਬੱਚੇ 10-12 ਸਾਲ ਦੇ ਨੇ, ਸਪੈਸ਼ਲੀ ਆ ਲੋਕਡਾਊਨ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਬੱਚਿਆਂ ਦਾ weight gain ਬਹੁਤ ਰੈਪਿਡ ਹੋਇਆ ਤੇ ਦੈਟ ਇਜ਼ ਡਿਊ ਟੂ ਐਕਸੈਸਿਵ ਈਟਿੰਗ। ਹੁਣ ਐਕਸੈਸਿਵ ਈਟਿੰਗ 'ਚ ਕੀ ਆ ਜਾਂਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਬਟ ਜਿਹੜਾ ਸਹੀ ਖਾਣਾ ਤੇ ਸਹੀ ਪੀਣਾ ਬਹੁਤ ਜ਼ਰੂਰੀ ਹੈ। ਉਹ 'ਚ ਫਰੂਟਸ ਐਂਡ ਵੈਜੀਟੇਬਲਸ ਵਧਣੇ ਚਾਹੀਦੇ ਨੇ, ਡੇਰੀ ਫੂਡ ਜਿਹੜੇ ਕਿ ਦੁੱਧ ਤੋਂ ਬਣਦੇ ਫੂਡਸ ਵਧਣੇ ਚਾਹੀਦੇ ਨੇ, ਸਟਾਰਚੀ ਕਾਰਬੋਹਾਈਡਰੇਟਸ ਵਧਣੇ ਚਾਹੀਦੇ ਨੇ, ਯਾਨੀ ਕਿ ਪਲੇਨ ਕਾਰਬੋਹਾਈਡਰੇਟਸ ਯਾਨੀ ਕਿ ਖੰਡ, ਸ਼ੱਕਰ, ਸ਼ਹਿਦ, ਜਿਹੜੇ ਕਿ ਪਲੇਨ ਕਾਰਬੋਹਾਈਡਰੇਟਸ ਨੇ ਉਹਨਾਂ ਨੂੰ ਆਪਾਂ ਨੂੰ ਘਟਾਉਣਾ ਚਾਹੀਦਾ। ਬਟ ਜਿਹੜੇ ਕੰਪਲੈਕਸ ਕਾਰਬੋਹਾਈਡਰੇਟਸ ਨੇ ਉਹਨੂੰ ਵਧਾਉਣਾ ਚਾਹੀਦਾ ਕਿਉਂਕਿ ਕਾਰਬੋਹਾਈਡਰੇਟਸ ਤੋਂ ਬੇਸਿਕ એનર્ਜੀ ਮਿਲਦੀ ਹੈ। ਤੇ ਪ੍ਰੋਟੀਨ ਦੀ ਸੋਰਸਿਸ ਬੀਨਸ, ਪਲਸਿਸ, ਫਿਸ਼, ਐਗਸ ਇਹ ਵਧਾਉਣੇ ਚਾਹੀਦੇ ਨੇ। ਤੇ ਨਾਲੇ ਆਪਾਂ ਨੂੰ ਤੇਲ ਦਾ ਸਹੀ ਤਰੀਕੇ ਨਾਲ ਸੇਵਨ ਕਰਨਾ ਚਾਹੀਦਾ ਕਿਉਂਕਿ ਤੇਲ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਜਿਹੜਾ ਕਿ ਸਾਨੂੰ એનર્ਜੀ ਵੀ ਦਿੰਦਾ ਤੇ ਸਾਡੇ ਬੋਡੀ ਫੰਕਸ਼ਨਸ ਵਾਸਤੇ ਇੰਪੋਰਟੈਂਟ ਹੈ। ਤੇ ਸਾਡਾ ਬੋਡੀ ਸ਼ਾਇਦ ਆਪਣੇ ਆਪ ਤੇਲ ਨਹੀਂ ਬਣਾ ਸਕਦਾ, ਸਾਨੂੰ ਬਾਹਰੋਂ ਖਾਣ ਦੀ ਲੋੜ ਪੈਂਦੀ ਹੈ। ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਫਰੂਟਸ, ਤੇ ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਵਰਲਡ ਦੇ ਅਕ੍ਰੋਸ ਵੀ ਆਪਾਂ ਨੂੰ 5 ਫਰੂਟਸ ਡੇਲੀ ਖਾਣੇ ਚਾਹੀਦੇ ਨੇ। 5 ਫਰੂਟਸ ਦਾ ਮਤਲਬ ਹੈ ਕੋਈ ਵੀ ਕੱਚੀ ਸਬਜ਼ੀਆਂ ਵੀ ਉਹਦੇ ਜਿੱਦਾਂ ਗਾਜਰ ਵੀ ਉਹ 'ਚ ਇੰਕਲੂਡਡ ਹੈ। ਤੇ ਜੇ ਆਪਾਂ ਅੰਗੂਰ ਖਾ ਰਹੇ ਹਾਂ ਤੇ ਇੱਕ ਹੱਥ 'ਚ ਤੁਹਾਡੇ ਜਿੰਨੇ ਅੰਗੂਰ ਆ ਜਾਣ ਉਹ ਇੱਕ ਪੋਰਸ਼ਨ ਹੈ, ਇੱਕ ਹੱਥ ਜਿੰਨੇ ਸਟ੍ਰਾਬੇਰੀ ਆ ਜਾਣ ਉਹ ਇੱਕ ਪੋਰਸ਼ਨ ਹੈ। ਤੇ ਇੱਦਾਂ ਕਰਕੇ ਕੌਰਨ ਹੋ ਗਿਆ ਜਾਂ ਵਾਟਰਮੈਲਨ ਹੋ ਗਿਆ ਜਾਂ ਸੇਬ ਹੋ ਗਿਆ, ਸੰਤਰਾ ਹੋ ਗਿਆ, ਆਪਾਂ ਨੂੰ ਡੇਲੀ 5 ਫਰੂਟਸ ਖਾਣੇ ਚਾਹੀਦੇ ਨੇ। ਇਹਦੇ ਅੰਦਰ ਬਹੁਤ ਸਾਰੇ ਮਿਨਰਲਸ ਤੇ ਵਿਟਾਮਿਨਸ ਨੇ ਜਿਨ੍ਹਾਂ ਨੂੰ ਬਾਕੀ ਹੋਰ ਕਿਸੇ ਤਰੀਕੇ ਨਾਲ ਪਾਣਾ ਬਹੁਤ ਮੁਸ਼ਕਿਲ ਹੈ। ਤੇ ਫਰੂਟਸ ਇਨ ਜਨਰਲ ਫਾਈਬਰ ਐਡ ਕਰਦੇ ਨੇ ਜਿਹੜਾ ਕਿ ਸਾਡੀ ਆਂਤੜੇ ਨੂੰ ਹੈਲਦੀ ਰੱਖਦਾ ਹੈ। ਤੇ ਜਿਹੜੇ ਬੰਦੇ ਦੁੱਧ ਨਹੀਂ ਫਰੂਟ ਨਹੀਂ ਚਾਪ ਸਕਦੇ ਜਾਂ ਕੋਈ ਦਿੱਕਤ ਹੁੰਦੀ ਹੈ ਜਾਂ ਖਾਣਾ ਔਖਾ ਲੱਗਦਾ ਹੈ ਤੇ ਮੈਨੂੰ ਲੱਗਦਾ ਵੀ ਇੱਕ ਸੌਖਾ ਤਰੀਕਾ ਹੈ ਵੀ 4-5 ਫਰੂਟਸ ਨੂੰ ਆਪਾਂ ਮਿਕਸੀ ਅੰਦਰ ਪਾ ਕੇ ਸਿੰਪਲ ਘੁਮਾ ਲਈਏ ਮਿਕਸੀ ਤਾਂ ਇੱਕ ਸਮੂਦੀ ਬਣ ਜਾਂਦੀ ਹੈ ਜਿਹਦੇ ਅੰਦਰ ਪਲਪ ਤੇ ਫਾਈਬਰ ਸਾਰਾ ਕੁਝ ਪ੍ਰੈਜ਼ੈਂਟ ਰਹਿੰਦਾ ਹੈਗਾ। ਤੇ ਆਪਾਂ ਜੇ 1 ਗਲਾਸ ਜਾਂ 2 ਗਲਾਸ ਸਮੂਥੀ ਡੇਲੀ ਪੀਆ ਕਰੀਏ ਵਿਚ ਇਜ਼ ਇਕੁਅਲੈਂਟ ਟੂ ਈਟਿੰਗ ਫਰੂਟਸ ਤੇ ਸਾਡੀ ਉਹ ਹੈਲਥ ਵਾਸਤੇ ਬਹੁਤ ਚੰਗਾ ਹੈ। ਤੇ ਜਿਹੜੇ ਬੰਦਿਆਂ ਦੀ ਕਨਸਟੀਪੇਸ਼ਨ ਰਹਿੰਦੀ ਹੈ ਉਹਨਾਂ ਨੂੰ ਹਾਈ ਫਾਈਬਰ ਡਾਈਟ ਜਾਂਦੀ ਹੈ। ਇੰਸਟੈਡ ਆਫ ਈਟਿੰਗ ਈਸਬਗੋਲ ਵਿਚ ਇਜ਼ ਇਕੱਲਾ ਛਿਲਕਾ, ਆਪਾਂ ਜੇ ਆਪਾਂ ਇਹਦਾ ਫਰੂਟਸ ਖਾਈਏ ਤਾਂ ਸਾਡੀ ਆਂਤੜੀਆਂ ਵੀ ਚੰਗੀ ਰਹਿਣਗੀਆਂ ਤੇ ਸਾਨੂੰ ਵਿਟਾਮਿਨਸ ਤੇ ਮਿਨਰਲਸ ਵੀ ਮਿਲਣਗੇ ਜਿਹਦੇ ਨਾਲ ਸਕਿਨ ਵੀ ਗਲੋ ਹੋਏਗਾ ਤੇ ਇਨ ਜਨਰਲ ਹੈਲਥ ਇੰਪਰੂਵ ਹੋਏਗੀ। ਤੇ ਇਸ ਕਰਕੇ ਫਰੂਟਸ ਐਂਡ ਵੈਜੀਟੇਬਲਸ ਜਿਹੜੀਆਂ ਰॉ ਵੈਜੀਟੇਬਲਸ ਨੇ ਇਹ ਬਹੁਤ ਹੀ ਇੰਪੋਰਟੈਂਟ ਕੰਪੋਨੈਂਟ ਹੈ ਜਿਹੜਾ ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੁੰਦਾ ਸੀ। ਬਟ ਇਹਦੇ ਇਲਾਵਾ ਜਿਹੜੇ ਇੰਪੋਰਟੈਂਟ ਕੰਪੋਨੈਂਟਸ ਨੇ ਜਿਹੜੇ ਕਿ ਆਪਾਂ ਸਟੈਂਡਰਡ ਮੰਨਦੇ ਹਾਂ ਉਹ ਹੈ ਕਾਰਬੋਹਾਈਡਰੇਟਸ। ਸਾਨੂੰ ਪਤਾ ਕਾਰਬੋਹਾਈਡਰੇਟਸ ਆਪਾਂ ਪਿਛਲੀ ਵਾਰ ਗੱਲ ਕੀਤੀ 55 ਤੋਂ 60% ਸਾਡੇ ਫੂਡ ਦਾ ਕੰਪੋਨੈਂਟ ਬਣਨੇ ਚਾਹੀਦੇ ਨੇ। ਤੇ ਉਹਦੇ ਵਿਚਕਾਰ ਤੁਸੀਂ ਦੇਖੋਗੇ ਵੀ ਜਿੰਨੀ ਵੀ ਚੀਜ਼ਾਂ ਆਪਾਂ ਆਲੂ ਤੋਂ ਲੈ ਕੇ ਚਾਵਲ, ਰੋਟੀ, ਪਾਸਤਾ ਜੋ ਵੀ ਖਾਂਦੇ ਹਾਂ ਇਹ ਸਾਰੇ ਕਾਰਬੋਹਾਈਡਰੇਟਸ ਦਾ ਹਿੱਸਾ ਨੇ। ਤੇ ਜਿਹੜਾ ਸਟਾਰਚੀ ਫੂਡ ਹੈ ਉਹ ਇੰਨਾ ਮਾੜਾ ਨਹੀਂ ਜਿਹਦੇ ਬਸ ਜਿਹੜਾ ਲੋਕੀ ਨੇ ਕਾਰਬੋਹਾਈਡਰੇਟਸ ਨੂੰ ਲੈ ਕੇ ਹਮੇਸ਼ਾ ਰਹਿੰਦੇ ਨੇ ਕਾਰਬਸ ਘਟਾ ਦਿਓ, ਕਾਰਬਸ ਘਟਾ ਦਿਓ। ਬਟ ਜਿਹੜੇ ਕਾਰਬਸ ਘਟਾਉਣੇ ਨੇ ਉਹ ਕਿਹੜੇ ਘਟਾਉਣੇ ਨੇ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਤੇ ਅਗਰ ਉਹ ਆਪਾਂ ਸਹੀ ਤਰੀਕੇ ਵਾਲੇ ਕਾਰਬਸ ਘਟਾਈਏ ਤਾਂ ਠੀਕ ਰਵਾਂਗੇ। ਬਟ ਇਨ ਜਨਰਲ ਕਾਰਬਸ ਸਾਨੂੰ ਬੋਡੀ એનર્ਜੀ ਵਾਸਤੇ ਜ਼ਰੂਰੀ ਹੈ। ਇਹ ਕਾਰਬਸ ਨੇ ਜਿਹੜੇ ਕਿ ਐਕਚੁਅਲੀ ਘਟਾਏ ਜਾਂਦੇ ਨੇ ਜਦੋਂ ਆਪਾਂ ਆਪਣੀ ਡਾਈਟਿੰਗ ਵੱਲ ਤੁਰਦੇ ਹਾਂ ਜਿਹੜੇ ਕਿ ਠੀਕ ਨੇ ਬਟ ਮਤਲਬ ਕਿਉਂਕਿ ਕੰਪੈਰੀਟਿਵਲੀ ਪ੍ਰੋਟੀਨ ਤੇ ਜਿਹੜੇ ਐਸੈਂਸ਼ੀਅਲ ਫੈਟੀ ਐਸਿਡਸ ਨੇ ਉਹ ਬਹੁਤ ਜ਼ਰੂਰੀ ਨੇ। ਤੇ ਕਾਰਬਸ ਦੇ ਅਕਸਰ ਤੁਸੀਂ ਦੇਖੋਗੇ ਫ੍ਰੈਂਚ ਫਰਾਈਜ਼ ਬੱਚੇ ਜਿਹੜੀ ਚੀਜ਼ਾਂ ਖਾ ਰਹੇ ਨੇ ਉਹ ਮਿੱਠੀਆਂ ਨੇ ਜਾਂ ਸਟਾਰਚੀ ਨੇ ਤੇ ਉਹ ਐਕਸੈਸਿਵ ਇਨਟੇਕ ਜਿਹੜੀ ਹੈਗੀ ਆ ਆਮ ਤੌਰ ਤੇ ਕਾਰਬੋਹਾਈਡਰੇਟਸ ਹੁੰਦੀ ਹੈ ਤੇ ਕਾਰਬਸ ਨੂੰ ਕਲਿਪ ਕਰਨਾ ਜ਼ਰੂਰੀ ਬਣ ਜਾਂਦਾ ਹੈਗਾ। ਇੱਦਾਂ ਹੀ ਆਪਾਂ ਫੈਟਸ ਦੀ ਗੱਲ ਕੀਤੀ, ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਆਪਾਂ ਓਮੇਗਾ 3 ਤੇ ਓਮੇਗਾ 6 ਫੈਟਸ ਦੀ ਗੱਲ ਕੀਤੀ ਸੀ। ਤੇ ਓਮੇਗਾ 6 ਬਾਈ ਓਮੇਗਾ 3 ਦੀ ਜਿਹੜੀ ਰੇਸ਼ੋ ਹੈ ਉਹ ਥੋੜ੍ਹੀ ਰੱਖਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਹੀਂ ਰੱਖਣੀ ਚਾਹੀਦੀ। ਆਪਾਂ 5 ਤੋਂ 10 ਗੱਲ ਕੀਤੀ ਸੀ ਕਿਉਂਕਿ ਓਮੇਗਾ 3 ਫੈਟੀ ਐਸਿਡ ਸਾਡੀ ਡਾਈਟ 'ਚ ਘੱਟ ਹੁੰਦੇ ਨੇ ਤੇ ਵੈਜੀਟੇਰੀਅਨ ਡਾਈਟਸ ਤਾਂ ਮਤਲਬ ਬਹੁਤ ਘੱਟ ਚੀਜ਼ਾਂ ਨੇ, ਚੀਆ ਸੀਡਸ ਜਾਂ ਫਿਰ ਅਲਸੀ ਜਾਂ ਫਿਰ ਅਖਰੋਟ ਤੇ ਇਹਨਾਂ ਚੀਜ਼ਾਂ 'ਚ ਨੇ ਯੂਜੂਲੀ ਉਹ ਸੀ ਫੂਡ 'ਚ ਆਉਂਦੇ ਨੇ, ਐਂਕੋਵੀਜ਼, ਸਾਲਮਨ ਫਿਸ਼ ਤੇ ਲੋਕੀ ਫਿਸ਼ ਆਇਲ ਜਿਹੜੇ 'ਚ ਹਾਈ ਓਮੇਗਾ 3 ਹੈ ਉਹਦੇ ਕੈਪਸੂਲ ਖਾਂਦੇ ਨੇ। ਸੋ ਆਇਲਸ ਦੇ ਅੰਦਰ ਵੀ ਨੀਡ ਟੂ ਟੇਕ ਕੇਅਰ ਵੀ ਹਾਂਜੀ ਆਪਾਂ ਓਮੇਗਾ 6 ਤੇ ਓਮੇਗਾ 3 ਦੇ
ਫੈਟਸ ਜ਼ਰੂਰ ਖਾਈਏ ਤੇ ਇਹਨਾਂ ਦੀ ਰੇਸ਼ੋ ਠੀਕ ਰੱਖੀਏ, ਕਿਉਂਕਿ ਓਮੇਗਾ 6 ਬਹੁਤ ਵਾਈਡਲੀ ਅਵੇਲੇਬਲ ਹੈ, ਓਮੇਗਾ 3 ਉਨਾ ਅਵੇਲੇਬਲ ਨਹੀਂ ਹੈ। ਤੇ ਵੀ ਨੀਡ ਟੂ ਬੀ ਕੌਨਸ਼ੀਅਸ ਵੀ ਆਪਾਂ ਹਾਂਜੀ ਜਿਹੜੀ ਚੀਜ਼ਾਂ ਆਪਾਂ ਓਮੇਗਾ 3 ਦਿੰਦੀਆਂ ਹਨ ਉਹਨਾਂ ਦਾ ਸੇਵਨ ਕਰਦੇ ਰਹੀਏ। ਤੇ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਇੱਕ ਅਡਲਟ ਫੈਮਿਲੀ ਮੈਂਬਰ 4 ਟੇਬਲ ਸਪੂਨ 4 ਚਮਚ ਤੇਲ ਖਾ ਸਕਦਾ ਹੈ। ਤੇ ਅਗਰ ਇੱਕ ਫੈਮਿਲੀ 4 ਬੰਦਿਆਂ ਦੀ ਹੈ ਤੇ ਉਹਨੂੰ 2 ਲੀਟਰ ਤੇਲ ਲੱਗਣਾ ਚਾਹੀਦਾ ਹੈ ਮਹੀਨੇ ਦਾ। ਤੇ ਇਹ ਤੇਲ ਹਰ ਮਹੀਨੇ ਬਦਲ ਲਓ, ਜਾਂ ਫਿਰ ਹਰ ਡੇਲੀ ਆਪਾਂ ਕੁਝ ਆਇਲਸ ਮਿਕਸ ਵੀ ਕਰ ਸਕਦੇ ਹਾਂ, ਤੇ ਜਾਂ ਫਿਰ ਆਪਾਂ ਅਲਟਰਨੇਟਲੀ ਆਇਲਸ ਚੇਂਜ ਕਰ ਸਕਦੇ ਹਾਂ। ਤੇ ਆਈਡਲੀ ਜਿੱਦਾਂ ਆਪਾਂ ਰਾਸ਼ਨ ਲੈ ਕੇ ਆਉਂਦੇ ਉਹਦੇ ਮੁਤਾਬਿਕ ਮਹੀਨੇ 'ਚ ਆਪਾਂ 2 ਤੇਲ ਲੈ ਕੇ ਆ ਸਕਦੇ ਹਾਂ, ਜਾਂ ਹਰ ਮਹੀਨੇ ਤੇਲ ਬਦਲ ਸਕਦੇ ਹਾਂ, ਤਾਂ ਕਿ ਉਹਦੇ 'ਚ ਘਰ ਓਮੇਗਾ 6 ਜਾਂ ਓਮੇਗਾ 3 ਜਿਹਦੀ ਵਿਚਕਾਰ ਜਿੱਦਾਂ ਦਾ ਹੈਗਾ ਆਪਾਂ ਉਹਨੂੰ ਆਪਣੀ ਡਾਈਟ 'ਚ ਇੰਪਰੂਵ ਕਰ ਸਕੀਏ। ਇਸ ਕਰਕੇ ਇਹ 'ਤੇ ਮੈਂ ਜ਼ਿਆਦਾ ਜ਼ੋਰ ਨਹੀਂ ਪਾਊਂਗਾ। ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ। ਜਿਹੜਾ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੈ ਉਹ ਚੀਨੀ। ਹੁਣ ਚੀਨੀ ਜਿਹੜੀ ਹੈਗੀ ਹੈ ਇਹ ਜਿੱਥੋਂ ਵੀ ਆਪਾਂ ਖਾ ਰਹੇ ਹਾਂ, ਚਾਹੇ ਉਹ ਬਿਸਕਿਟ ਦੇ ਅੰਦਰ ਐਡਿਡ ਹੈ, ਚਾਹੇ ਉਹ ਕਿਸੇ ਨਾਲ ਵੀ ਹੈ, ਇਹ ਜਿਹੜੀ ਹੈਗੀ ਹੈ ਸ਼ੂਗਰ ਕਾਫੀ ਸਾਨੂੰ ਆਦਤ ਪਾ ਦਿੰਦੀ ਹੈ। ਆਦਤ ਕਿਉਂ ਪਾ ਦਿੰਦੀ ਹੈ? ਸ਼ੂਗਰ ਖਾਂਦੇ ਹੀ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ। ਸ਼ੂਗਰ ਦੀ ਜਦੋਂ ਸਪਾਈਕ ਵੱਧਦੀ ਹੈ, ਬਲੱਡ ਗਲੂਕੋਜ਼ ਦੀ ਸਪਾਈਕ ਵੱਧਦੀ ਹੈ ਖੂਨ ਦੇ ਅੰਦਰ, ਤੇ ਸਾਡੇ ਬ੍ਰੇਨ ਨੂੰ ਥੋੜ੍ਹਾ ਸਕੂਨ ਮਿਲਦਾ ਹੈ। ਔਰ ਇਹ ਆਦਤ ਇੰਨੀ ਖਤਰਨਾਕ ਹੋ ਜਾਂਦੀ ਹੈ ਵੀ ਉਹਦੇ ਬਿਨਾਂ ਆਪਾਂ ਕੰਮ ਨਹੀਂ ਕਰ ਪਾਉਂਦੇ। ਤੁਸੀਂ ਅਕਸਰ ਦੇਖੋਗੇ ਜਿਹੜੇ ਹਾਈ ਇਕੁਇਟੀ ਜੌਬਸ ਕਰਦੇ ਨੇ, ਪ੍ਰੋਫੈਸ਼ਨਲਸ ਨੇ, ਜਿਹੜੇ ਮੰਨ ਲਓ ਅਕਾਊਂਟਸ ਦਾ ਕੰਮ ਕਰਦੇ ਪਏ ਨੇ, ਜਾਂ ਕੋਈ ਵੀ ਐਸਾ ਕੰਮ ਜਿਹੜਾ ਕੰਪਿਊਟਰ 'ਤੇ ਧਿਆਨ ਨਾਲ ਕੰਪਨੀ ਵਰਕਰਸ ਨੇ, ਉਹਨਾਂ ਨੂੰ ਅਕਸਰ ਕੌਫੀ ਦੀ, ਚਾਹ ਦੀ, ਬਿਸਕਿਟ ਦੀ ਲੋੜ ਪੈਂਦੀ ਹੈ ਜਦੋਂ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕਰਨਾ ਹੋਵੇ। ਤੇ ਜਦੋਂ ਉਹਨਾਂ ਨੂੰ ਡਿਲੀਵਰੀ ਹਾਈ ਕਰਨੀ ਹੈ ਤੇ ਬ੍ਰੇਨ ਦੀ ਯੂਸੇਜ ਬਹੁਤ ਹੋ ਰਹੀ ਹੈ, 40% ਜਿਹੜਾ ਬਲੱਡ ਦਾ ਗਲੂਕੋਜ਼ ਆ ਬ੍ਰੇਨ ਯੂਜ਼ ਕਰ ਰਿਹਾ ਹੁੰਦਾ। ਤੇ ਜਦੋਂ ਵੀ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦਾ ਬ੍ਰੇਨ ਥੋੜ੍ਹਾ ਜਿਹਾ ਡਲ ਹੋ ਰਿਹਾ, ਉਹਨਾਂ ਨੂੰ ਮਿੱਠੀ ਚੀਜ਼ ਪੀਣ ਦੀ ਲੋੜ ਪੈਂਦੀ ਹੈ, ਚਾਹੇ ਉਹ ਕੋਕੋ ਹੈ, ਚਾਹੇ ਉਹ ਚਾਕਲੇਟ ਹੈ, ਤੇ ਚਾਹੇ ਉਹ ਵਟਐਵਰ ਇਟ ਇਜ਼ ਚਾਹ, ਕੌਫੀ। ਤੇ ਇਹਦੇ ਨਾਲ ਉਹਨਾਂ ਨੂੰ ਕਿੱਕ ਮਿਲਦਾ ਹੈ। ਉਹ ਕਿੱਕ ਦੇ ਨਾਲ ਉਹ ਬੇਸਿਕਲੀ ਕੰਮ ਕਰਦੇ ਜਾਂਦੇ ਨੇ, ਬਟ ਉਹਦੇ ਨਾਲ ਉਹਨਾਂ ਦੀ ਸ਼ੂਗਰ ਇਨਟੇਕ ਬਹੁਤ ਵੱਧ ਜਾਂਦੀ ਹੈ। ਤੇ ਤੁਸੀਂ ਦੇਖੋਗੇ ਜਿੰਨੇ ਡਰਿੰਕਸ ਨੇ ਉਹਨਾਂ 'ਚ ਜੇ ਉਹ ਜਲਦੀ ਹਜ਼ਮ ਹੁੰਦੇ ਨੇ, ਤੇ ਇਸ ਕਰਕੇ ਜੇ ਮਿੱਠੇ ਡਰਿੰਕਸ ਪੀਤੇ ਜਾਣ ਤਾਂ ਉਹ ਵਜ਼ਨ ਜ਼ਿਆਦਾ ਵਧਾਉਂਦੇ ਨੇ। ਤੇ ਇਸੇ ਤਰੀਕੇ ਨਾਲ ਜਿਹੜੇ ਮੈਂਗੋ ਸ਼ੇਕਸ ਨੇ, ਬਨਾਨਾ ਸ਼ੇਕਸ ਨੇ, ਸਮੂਦੀਜ਼ ਨੇ, ਜਿਹੜੀਆਂ ਮਿੱਠੀਆਂ ਚੀਨੀ ਪਾ ਕੇ ਬਣਾਈ ਜਾ ਰਹੀਆਂ ਨੇ, ਇਹ ਬੇਸਿਕਲੀ ਹਾਈ ਐਨਰਜੀ ਡਰਿੰਕਸ ਆਪਾਂ ਕਰਕੇ ਪੀ ਲੈਂਦੇ ਹਾਂ, ਬਟ ਉਹ ਸਾਡੀ ਸ਼ੂਗਰ ਬਹੁਤ ਵਧਾਉਂਦੀ ਹੈ। ਤੁਸੀਂ ਦੇਖੋਗੇ ਕੋਕਾ ਕੋਲਾ 'ਚ ਬਹੁਤ ਜ਼ਿਆਦਾ ਖੰਡ ਹੈਗੀ ਹੈ। ਪਹਿਲਾਂ ਕੌੜਾ ਕੀਤਾ ਜਾਂਦਾ, ਫਿਰ ਮਿੱਠਾ ਕੀਤਾ ਜਾਂਦਾ। ਇੱਦਾਂ ਹੀ ਅੱਜ ਕੱਲ੍ਹ ਦੀ ਜਿਹੜੀ ਆਈਸਕ੍ਰੀਮਸ ਆ ਰਹੀਆਂ ਨੇ, ਥੋੜ੍ਹੀ ਜਿਹੀ ਕੰਪਲੈਕਸ ਬਣਾ ਦਿੱਤੀਆਂ, ਜਿਸ 'ਚ ਹਾਈ ਚਾਕਲੇਟ ਪਾ ਕੇ ਉਹਨੂੰ ਪਹਿਲਾਂ ਕੌੜਾ ਕੀਤਾ ਜਾਂਦਾ, ਫਿਰ ਹਾਈ ਮਿੱਠਾ ਪਾ ਕੇ ਉਹਨੂੰ ਮਿੱਠਾ ਕੀਤਾ ਜਾਂਦਾ। ਜਦੋਂ ਆਪਾਂ ਖਾਂਦੇ ਹਾਂ ਤੇ ਹਾਈ ਸ਼ੂਗਰ ਇਨਟੇਕ ਹੋ ਰਹੀ ਹੈ। ਤੇ ਸ਼ੂਗਰ ਇਨਟੇਕ ਘਟਾਉਣਾ ਇੱਕ ਸਭ ਤੋਂ ਹੀ ਇੰਪੋਰਟੈਂਟ ਕੰਪੋਨੈਂਟ ਹੈ। ਇਟ ਇਜ਼ ਲਾਈਕ ਆਲਮੋਸਟ ਸ਼ੂਗਰ ਬੰਦ ਕਰ ਦੇਣੀ ਚਾਹੀਦੀ ਹੈ। ਪਹਿਲੇ 1.5-2 ਹਫ਼ਤੇ 3 ਹਫ਼ਤੇ ਬੰਦੇ ਨੂੰ ਬਹੁਤ ਔਖਾ ਲੱਗਦਾ, ਕਿਉਂਕਿ ਉਹਨੂੰ ਚੱਕਰ ਆਉਂਦੇ ਨੇ, ਅੱਖਾਂ ਅੱਗੇ ਹਨੇਰਾ ਆਉਂਦਾ, ਜਸਟ ਬਿਕੋਜ਼ ਉਹ ਸ਼ੂਗਰ ਖਾਣ ਦਾ ਆਦੀ ਇੰਨਾ ਹੋ ਚੁੱਕਾ ਹੁੰਦਾ ਵੀ ਉਹਦੇ ਬਲੱਡ 'ਚ ਅਗਰ ਸ਼ੂਗਰ ਘੱਟ ਜਾਏ ਤਾਂ ਉਹਨੂੰ ਦਿੱਕਤ ਹੁੰਦੀ ਹੈ। ਬਟ ਜੇ ਆਪਾਂ ਇਹਨੂੰ ਪਰਸਿਸਟ ਕਰੀਏ ਤਾਂ ਹੌਲੀ ਹੌਲੀ ਆਪਾਂ ਆਪਣੀ ਡਾਈਟ ਸ਼ੂਗਰ ਫ੍ਰੀ ਕਰ ਸਕਦੇ ਹਾਂ, ਯਾਨੀ ਕਿ ਬਾਹਰੋਂ ਪਾਈ ਹੋਈ ਖੰਡ ਦੀ ਸਾਨੂੰ ਲੋੜ ਨਹੀਂ ਹੈਗੀ। ਇਹ 'ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ ਵੀ ਸ਼ੱਕਰ ਚੰਗੀ ਹੈ ਚੀਨੀ ਨਾਲੋਂ ਜਾਂ ਨਹੀਂ ਚੰਗੀ ਹੈ। ਤੁਸੀਂ ਦੇਖੋਗੇ ਸ਼ੱਕਰ ਤੋਂ ਹੀ ਚੀਨੀ ਬਣਦੀ ਪਈ ਹੈ, ਤੇ ਜਿਹੜੇ ਇੰਗਰੀਡੀਐਂਟਸ ਚੀਨੀ 'ਚ ਨੇ ਉਹ ਡੈਫੀਨੇਟਲੀ ਸ਼ੱਕਰ 'ਚ ਹੈਗੇ ਆ। ਹੋ ਸਕਦਾ ਸ਼ੱਕਰ ਦੇ ਕੁਝ ਚੀਜ਼ਾਂ ਰਿਫਾਈਨ ਹੋ ਕੇ ਖੰਡ 'ਚ ਨਾ ਆਉਂਦੀਆਂ ਹੋਣ, ਬਟ ਜਿਹੜੀ ਖੰਡ 'ਚ ਹੈਗੀ ਉਹ ਡੈਫੀਨੇਟਲੀ ਸ਼ੱਕਰ 'ਚ ਹੈਗੀ ਹੈ। ਤੇ ਸ਼ੱਕਰ ਉਨੀ ਮਿੱਠੀ ਨਹੀਂ ਹੁੰਦੀ ਜਿੰਨੀ ਖੰਡ ਮਿੱਠੀ ਹੁੰਦੀ ਹੈ। ਤੇ ਆਮ ਤੌਰ 'ਤੇ ਲੋਕ ਸ਼ੱਕਰ ਦਾ ਬਹਾਨਾ ਲੈ ਕੇ ਡੂਢੀ ਜਾਂ ਦੁੱਗਣੀ ਸ਼ੱਕਰ ਯੂਜ਼ ਕਰਦੇ ਆ ਐਜ਼ ਕੰਪੇਅਰ ਟੂ ਚੀਨੀ, ਕਿਉਂਕਿ ਉਨਾ ਕੁ ਮਿੱਠਾ ਲਿਆਉਣ ਵਾਸਤੇ ਸ਼ੱਕਰ ਜ਼ਿਆਦਾ ਯੂਜ਼ ਹੁੰਦੀ ਹੈ। ਤੇ ਸ਼ੱਕਰ 'ਚ ਮਿੱਠਾ ਨਹੀਂ ਹੈਗਾ, ਇਹ ਐਗਰੀਏਬਲ ਨਹੀਂ ਹੈਗਾ। ਸ਼ੱਕਰ ਸ਼ਾਇਦ ਕੁਝ ਹੋਰ ਕੰਪੋਨੈਂਟਸ ਹੈਗੇ ਆ ਜਿਹੜੇ ਬੈਟਰ ਹੋ ਸਕਦੇ ਨੇ, ਬਟ ਓਵਰਆਲ ਜੇ ਆਪਾਂ ਖੰਡ ਛੱਡ ਕੇ ਸ਼ੱਕਰ ਵਧਾਉਣ ਦੀ ਕੋਸ਼ਿਸ਼ ਕਰਦੇ ਪਏ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ। ਤੇ ਮਿੱਠੇ 'ਤੇ ਦਿਮਾਗ ਦੀ ਡਿਪੈਂਡੈਂਸੀ ਘਟਾਉਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਮਿੱਠੇ 'ਤੇ ਆਪਣੀ ਦਿਮਾਗ ਦੀ ਡਿਪੈਂਡੈਂਸੀ ਬਣਾ ਕੇ ਕੰਮ ਕਰਾਂਗੇ ਤੇ ਹੌਲੀ ਹੌਲੀ ਜਿੰਨੇ ਵੀ ਤੁਸੀਂ ਦੇਖੋਗੇ ਕਾਰਪੋਰੇਟ ਸੈਕਟਰ 'ਚ ਕੰਮ ਕਰਨ ਵਾਲੇ, ਹਾਈ ਇਕੁਇਟੀ ਕੰਮ ਕਰਨ ਵਾਲੇ ਹੌਲੀ ਹੌਲੀ ਭਾਰ ਗੇਨ ਕਰੀ ਜਾਂਦੇ ਪਏ ਹੈ, ਐਂਡ ਦੈਟ ਇਜ਼ ਮੇਨਲੀ ਉਹਨਾਂ ਨੂੰ ਮਿੱਠੇ ਦੀ ਲੋੜ ਪੈਂਦੀ ਹੈ ਜ਼ਿਆਦਾ ਕੰਮ ਕਰਨ ਵਾਸਤੇ। ਇੱਦਾਂ ਹੀ ਨਮਕ ਹੈ। ਨਮਕ ਵੀ ਰੱਬ ਨੇ ਹਰ ਚੀਜ਼ 'ਚ ਪਾਇਆ, ਲੇਕਿਨ ਆਪਾਂ ਕੀ ਕੋਸ਼ਿਸ਼ ਕੀਤੀ, ਨਮਕ ਦਾ ਟੇਸਟ ਜਿਹਨੂੰ ਆਉਂਦਾ ਹੈਗਾ ਉਹ ਨਮਕ ਵਧਾਉਣ ਲੱਗ ਗਿਆ। ਸਭ ਤੋਂ ਖਤਰਨਾਕ ਚੀਜ਼ਾਂ ਨੇ ਸਾਡੀਆਂ ਭੁਜੀਆ ਅਤੇ ਅਚਾਰ। ਜੇ ਤੁਸੀਂ ਅਚਾਰ ਜਾਂ ਭੁਜੀਆ ਦੇਖੋਗੇ ਤੇ ਇਹਨਾਂ ਦੇ ਅੰਦਰ ਨਮਕ ਦੀ ਕੰਟੈਂਟ ਬਹੁਤ ਹਾਈ ਹੈ। ਇਹ ਆਮ ਤੌਰ 'ਤੇ ਵੈਸਟਰਨ ਪੋਪੂਲੇਸ਼ਨ 'ਚ ਹੈ ਨਹੀਂ। ਤੇ ਇੰਡੀਅਨਸ ਜਿਹੜੇ ਨੇ ਇਹ ਸ਼ਾਇਦ ਨਮਕ ਨੂੰ ਜ਼ਿਆਦਾ ਰਿਟੇਨ ਕਰਦੇ ਨੇ ਬੋਡੀ ਅੰਦਰ, ਕਿਉਂਕਿ ਕਿਸੇ ਜ਼ਮਾਨੇ ਸਾਡੇ ਹੈਜਾ ਫੈਲਿਆ ਸੀ, ਕਾਲਰਾ ਹੁੰਦਾ ਸੀ। ਜਦੋਂ ਕਾਲਰਾ ਹੁੰਦਾ ਸੀ ਲੋਕਾਂ ਨੂੰ ਲੂਜ਼ ਮੋਸ਼ਨ ਲੱਗਦੀਆਂ ਸੀ। ਉਹ ਲੂਜ਼ ਮੋਸ਼ਨ ਵਾਲੇ ਵਾਟਰ ਲੂਜ਼ ਕਰਦੇ ਸੀ, ਯਾਨੀ ਕਿ ਉਹਨਾਂ 'ਚ ਪਾਣੀ ਦੀ ਮਾਤਰਾ ਘਟੀ ਜਾਂਦੀ ਸੀ। ਉਹਨਾਂ 'ਚ ਬਚੇ ਉਹ ਲੋਕ ਜਿਹੜੇ ਕਿ ਨਮਕ ਆਪਣੇ ਸਰੀਰ ਅੰਦਰ ਬਚਾ ਸਕੇ ਤੇ ਪਾਣੀ ਬਚਾ ਸਕੇ। ਬਾਕੀ ਲੋਕ ਪਾਣੀ ਲੂਜ਼ ਕਰ ਕਰਕੇ ਯਾਨੀ ਕਿ ਡੀਹਾਈਡਰੇਸ਼ਨ ਨਾਲ ਮਰ ਗਏ। ਹੁਣ ਜਿਹੜੇ ਲੋਕੀ ਉਸ ਵੇਲੇ ਨਮਕ ਬਚਾ ਗਏ, ਉਹ ਇਸ ਵੇਲੇ ਨਮਕ ਬਚਾਉਂਦੇ ਨੇ, ਉਹਨਾਂ ਦੇ ਜੀਨਸ ਉੱਦਾਂ ਦੇ ਨੇ। ਨਮਕ ਬਚਾਉਣ ਕਰਕੇ ਇਹਨਾਂ ਲੋਕਾਂ 'ਚ ਹਾਈਪਰਟੈਂਸ਼ਨ ਵੱਧ ਗਈ। ਇਸ ਕਰਕੇ ਸਾਡੀ ਇੰਡੀਆ 'ਚ ਹਾਈਪਰਟੈਂਸ਼ਨ ਬਹੁਤ ਜ਼ਿਆਦਾ ਹੈ, ਕਿਉਂਕਿ ਸ਼ਾਇਦ, ਮਤਲਬ ਇਹਦਾ ਕੋਈ ਪ੍ਰੂਫ ਨਹੀਂ ਹੈ ਮੇਰੇ ਕੋਲ, ਬਟ ਸ਼ਾਇਦ
ਜਿਨ੍ਹਾਂ ਨੂੰ ਲੂਜ਼ ਮੋਸ਼ਨਸ ਜ਼ਿਆਦਾ ਰਹੀਆਂ ਉਸ ਵੇਲੇ ਤੇ ਉਹ ਬਚ ਗਏ ਉਸ ਵੇਲੇ, ਕਿਉਂਕਿ ਉਹਨਾਂ ਦੀ ਨਮਕ ਰਿਟੇਨਿੰਗ ਕੈਪੈਸਿਟੀ ਜ਼ਿਆਦਾ ਸੀ ਤੇ ਹੁਣ ਉਹ ਲੋਕ ਜ਼ਿਆਦਾ ਨਮਕ ਵੀ ਖਾ ਰਹੇ ਨੇ ਤੇ ਰਿਟੇਨ ਵੀ ਕਰ ਰਹੇ ਨੇ। ਤੇ ਤੁਸੀਂ ਦੇਖੋਗੇ ਆਮ ਤੌਰ ਤੇ ਕੁਝ ਡਰੱਗ ਦਿੱਤੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਜਿਹੜੇ ਕਿ ਨਮਕ ਦੀ ਮਾਤਰਾ ਘਟਾਉਂਦੀਆਂ ਨੇ। ਤੇ ਇਸ ਕਰਕੇ ਜਿੱਦਾਂ ਜ਼ਿਆਦਾ ਚੀਨੀ ਜ਼ਹਿਰ ਹੈ, ਇੱਦਾਂ ਹੀ ਜ਼ਿਆਦਾ ਨਮਕ ਵੀ ਜ਼ਹਿਰ ਹੈ। ਤੇ ਜਿਹੜੇ ਹਾਈਪਰਟੈਂਸ਼ਨ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ। ਜਿਨ੍ਹਾਂ ਦੀ ਫੈਮਿਲੀ ਹਿਸਟਰੀ ਆਫ ਹਾਈਪਰਟੈਂਸ਼ਨ ਹੈ ਉਹਨਾਂ ਨੂੰ ਖਾਸ ਤੌਰ ਤੇ ਰੱਖਣ ਦੀ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ। ਤੇ ਇਸ ਕਰਕੇ ਨਮਕ ਤੇ ਧਿਆਨ, ਐਂਡ ਸਪੈਸ਼ਲੀ ਦੋ ਚੀਜ਼ਾਂ ਨਮਕੀਨ ਤੇ ਅਚਾਰ, ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖਣਾ ਪੈਣਾ। ਜਿਨ੍ਹਾਂ ਲੋਕਾਂ ਦਾ ਕਈ ਵਾਰੀ ਦਵਾਈ ਖਾ ਕੇ ਐਕਚੁਅਲੀ ਸੋਡੀਅਮ ਲੈਵਲ ਘਟ ਜਾਂਦਾ ਹੈ, ਸੋਡੀਅਮ ਇਜ਼ ਨਮਕ, ਜੇ ਉਹ ਸੋਡੀਅਮ ਲੈਵਲ ਘਟ ਜਾਂਦਾ ਹੈ ਤਾਂ ਤੁਸੀਂ ਦੇਖੋਗੇ ਵੀ ਉਹਨਾਂ ਨੂੰ ਨਮਕ ਖਵਾਇਆ ਜਾਂਦਾ ਤੇ ਉਹਦੇ ਵਿੱਚ ਅਚਾਰ ਜਾਂ ਨਮਕੀਨ ਕੰਮ ਆਉਂਦੇ ਨੇ। ਬਟ ਓਵਰਆਲ ਸਾਨੂੰ ਆਪਣੇ ਸਰੀਰ ਦੇ ਅੰਦਰ ਨਮਕ ਦੀ ਮਾਤਰਾ ਠੀਕ ਰੱਖਣ ਵਾਸਤੇ ਨਮਕ ਦਾ ਸੇਵਨ ਘੱਟ ਕਰਨਾ ਚਾਹੀਦਾ। ਹੁਣ ਆਪਾਂ ਦੇਖਿਆ ਵੀ ਕਿਹੜੀ ਕਿਹੜੀ ਚੀਜ਼ਾਂ ਸਾਡੇ ਵਾਸਤੇ ਇੰਪੋਰਟੈਂਟ ਨੇ, ਤੇ ਇਹਦੇ ਵਾਸਤੇ ਨਾ ਸਾਰੇ ਬੰਦੇ ਕਹਿੰਦੇ ਨੇ ਵੀ ਸਾਨੂੰ ਡਾਈਟ ਚਾਰਟ ਬਣਾ ਦਿਓ, ਡਾਈਟ ਚਾਰਟ ਬਣਾ ਦਿਓ। ਡਾਈਟ ਚਾਰਟ ਜਿਹੜਾ ਹੈਗਾ ਨਾ ਉਹ ਇੰਟਾਇਰਲੀ ਡਿਪੈਂਡੈਂਟ ਹੈ ਵੀ ਅਸੀਂ ਕੀ ਖਾਂਦੇ ਹਾਂ। ਤੇ ਉਹਦੇ ਵਾਸਤੇ ਜੇ ਤੁਸੀਂ ਥੋੜੀ ਜਿਹੀ ਮਿਹਨਤ ਕਰੋ ਤਾਂ ਇੱਕ ਐਕਸਚੇਂਜ ਲਿਸਟ ਬਣੀ ਹੋਈ ਹੈ। ਐਕਸਚੇਂਜ ਲਿਸਟ ਕਿਹਨੂੰ ਕਹਿੰਦੇ ਆ ਵੀ ਯਾਰ ਜੇ ਮੈਂ 25 ਗ੍ਰਾਮ ਕੋਈ ਵੀ ਚੀਜ਼ ਖਾਧੀ ਤੇ ਉਹ 'ਚ 85 ਕੈਲਰੀ ਆਈ, ਯਾਨੀ ਕਿ ਇੱਕ ਰੋਟੀ ਜਿੱਦਾਂ 85 ਕੈਲਰੀ ਦੀ ਹੈਗੀ ਹੈ, ਤੇ ਇਹਦੇ ਐਕਸਚੇਂਜ ਮੈਂ ਕੀ ਖਾ ਸਕਦਾ, ਇੱਕ ਸਲਾਈਸ ਬ੍ਰੈਡ ਖਾ ਸਕਦਾ ਜਾਂ ਇੱਕ ਮੀਡੀਅਮ ਕਟੋਰੀ ਕੁਕਡ ਰਾਈਸ ਖਾ ਸਕਦਾ, ਯਾਨੀ ਕਿ ਤਿੰਨਾਂ ਦੀ ਵੈਲਿਊ ਜਿਹੜੀ ਹੈ 85 ਕੈਲਰੀ ਹੈ। ਤੇ ਜੇ ਮੰਨ ਲਓ ਹੁਣ ਮੈਂ ਪਰਾਂਠਾ ਖਾਣਾ ਹੈ ਤੇ ਉਹ ਬੇਸਿਕਲੀ ਦੋ ਐਕਸਚੇਂਜਸ ਹੋ ਗਈਆਂ, ਯਾਨੀ ਕਿ ਦੋ ਰੋਟੀਆਂ ਦੇ ਬਰਾਬਰ ਹੋ ਗਿਆ। ਤੇ ਆਪਾਂ ਜੇ ਕੈਲਰੀ ਵੈਲਿਊ ਲਈਏ ਤੇ ਹੋ ਸਕਦਾ 160 170 ਕੈਲਰੀ ਵੈਲਿਊ ਹੋਵੇ। ਫਿਰ ਉੱਤੇ ਆਪਾਂ ਮੱਖਣ ਵੀ ਲਾਣਾ ਤੇ ਮੱਖਣ ਟਿੱਕੀ ਦਾ ਕਿੰਨਾ ਕੈਲਰੀ ਵੈਲਿਊ ਹੈ। ਤੇ ਜੇ ਆਪਾਂ ਹਰ ਚੀਜ਼ ਦੀ ਕੈਲਰੀ ਵੈਲਿਊ ਸੋਚ ਕੇ ਖਾਈਏ ਤਾਂ ਆਪਾਂ ਠੀਕ ਰਵਾਂਗੇ। ਤੇ ਖੱਬੇ ਪਾਸੇ ਤੇ ਦੇਖੋਗੇ ਸਰਵਿੰਗਸ ਪਰ ਡੇ, ਇਹਦਾ ਮਤਲਬ ਹੈ ਵੀ ਸੀਰੀਅਲ ਆਪਾਂ ਨੂੰ ਜੇ 6 ਤੋਂ 11 ਖਾ ਰਹੇ ਹਾਂ ਤੇ 2 ਤੋਂ 4 ਚਮਚ ਆਪਾਂ ਤੇਲ ਲੈ ਰਹੇ ਹਾਂ, 2 ਤੋਂ 3 ਗਲਾਸ ਆਪਾਂ ਮਿਲਕ ਪੀ ਰਹੇ ਹਾਂ, 2 ਤੋਂ 3 ਸਰਵਿੰਗਸ ਆਪਾਂ ਹੁਣ ਮਿਲਕ, ਇਹਦੀ ਇੱਕ ਸਰਵਿੰਗ ਦਾ ਕੀ ਮਤਲਬ ਹੈ 200 ml ਮਿਲਕ ਹੈ ਨਾ, ਤੇ 2 ਤੋਂ 3 ਸਰਵਿੰਗ ਮਿਲਕ ਲੈ ਰਹੇ ਹਾਂ ਤੇ 2 ਤੋਂ 3 ਸਰਵਿੰਗ ਜਿਹੜੇ ਕਿ ਵੈਜੀਟੇਰੀਅਨ ਨੇ ਪਲਸਿਸ ਲੈ ਰਹੇ ਨੇ, ਤੇ ਫਰੂਟਸ ਆਪਾਂ 2 ਤੋਂ 4 ਖਾ ਰਹੇ ਹਾਂ, ਵੈਜੀਟੇਬਲਸ 2 ਤੋਂ 4 ਖਾ ਰਹੇ ਹਾਂ, ਦੋਨੋਂ ਮਿਲਾ ਕੇ ਆਪਾਂ ਜਿੱਦਾਂ ਗੱਲ ਕੀਤੀ 5 ਖਾ ਰਹੇ ਹਾਂ। ਤੇ ਆਪਾਂ ਇੱਕ ਆਈਡੀਅਲ ਫੂਡ ਮਿਕਸ ਖਾ ਰਹੇ ਹਾਂ ਜਿਹਦੇ ਅੰਦਰ ਸਾਨੂੰ ਜਿੰਨੀ એનર્ਜੀ ਚਾਹੀਦੀ ਹੈ ਉਹ ਹੈ, ਤੇ ਇਹ એનર્ਜੀ ਵੈਲਿਊਜ਼ ਆਪਾਂ ਐਕਸਚੇਂਜ ਲਿਸਟ ਤੋਂ ਕੈਲਕੂਲੇਟ ਕਰ ਸਕਦੇ ਹਾਂ। ਤੇ ਆਪਾਂ ਕੋਈ ਵੀ ਬੈਠ ਕੇ ਆਪਣਾ ਗੂਗਲ ਕਰ ਸਕਦਾ, ਜੇ ਆਪਣੀ ਡੇਲੀ ਦੀ ਫੂਡ ਡਾਇਰੀ ਬਣਾਵੇ ਵੀ ਮੈਂ ਕੀ ਖਾਧਾ ਤੇ ਸ਼ਾਮ ਨੂੰ ਉਹਦੀ ਕੈਲਰੀ ਵੈਲਿਊਜ਼ ਦੇਖੇ ਤੇ ਉਹ ਦੇਖ ਸਕਦਾ ਮੈਂ ਦਿਨੇ ਕਿੰਨੀ ਕੈਲਰੀਜ਼ ਖਾ ਰਿਹਾ ਆਮ ਤੌਰ ਤੇ। ਤੇ ਆਪਾਂ ਜਿੱਦਾਂ ਡਿਸਕਸ ਕੀਤਾ ਸੀ, ਜੇ ਆਈਡੀਅਲ ਬਾਡੀ weight ਮੰਨ ਲਓ 50 ਕਿਲੋ ਹੈ ਤੇ 25 ਕੈਲਰੀ ਪਰ ਕਿਲੋ ਬਾਡੀ weight ਚਾਹੀਦਾ ਤੇ ਕਿਸੇ ਨੂੰ 1250 ਕੈਲਰੀ ਖਾਣੀ ਚਾਹੀਦੀ ਹੈ। ਤੇ ਉਹ ਬੰਦਾ ਇਸ ਵੇਲੇ ਮੰਨ ਲਓ 70 ਕਿਲੋ ਦਾ ਹੈ ਤੇ ਉਹਨੇ 20 ਕਿਲੋ ਭਾਰ ਘਟਾਉਣਾ ਹੈ ਤੇ ਉਹਨੂੰ 500 ਕੈਲਰੀਆਂ ਘੱਟ ਖਾਣੀਆਂ ਪੈਣਗੀਆਂ, ਜਾਂ ਮੈਕਸਿਮਮ 500 ਕੈਲਰੀ ਘੱਟ ਘਟਾ ਸਕਦਾ ਹੈ। ਤੇ ਮੰਨ ਲਓ 200 ਜਾਂ 400 ਕੈਲਰੀ ਘੱਟ ਖਾਂਦਾ ਤੇ ਉਹਦਾ ਮੰਨ ਲਓ ਉਹਨੇ 850 ਕੈਲਰੀਜ਼ ਖਾਣੀਆਂ ਨੇ ਦਿਨ ਦੀਆਂ। ਤੇ ਜੇ 850 ਕੈਲਰੀਜ਼ ਖਾਊਗਾ ਤੇ 100 ਕੈਲਰੀਜ਼ ਘਟਾਉਣ ਦੇ ਨਾਲ ਉਹਦਾ ਇੱਕ ਮਹੀਨੇ 'ਚ 1 ਕਿਲੋ ਭਾਰ ਘਟੂਗਾ। ਲੇਕਿਨ ਉਹ 400 ਕੈਲਰੀਜ਼ ਕਿੱਥੋਂ ਘਟਾਉਣੀਆਂ ਨੇ ਜਾਂ ਕਿੱਦਾਂ ਘਟਾਉਣੀਆਂ ਨੇ ਉਹ ਖੁਦ ਕੈਲਕੂਲੇਟ ਕਰ ਸਕਦਾ ਡਿਪੈਂਡਿੰਗ ਅਪਨ ਉਹ ਕੀ ਖਾ ਰਿਹਾ। ਤੇ ਉਹਦੇ ਵਿੱਚ ਅਸੈਂਸ਼ੀਅਲ ਐਲੀਮੈਂਟਸ ਚਾਹੀਦੇ ਨੇ, ਜਿਸ 'ਚ ਪ੍ਰੋਟੀਨ ਆਪਾਂ ਨੂੰ ਮਸਟ ਹੈ ਤੇ ਅਸੈਂਸ਼ੀਅਲ ਫੈਟਸ ਮਸਟ ਨੇ, ਤੇ ਕਾਰਬੋਹਾਈਡਰੇਟਸ ਦੀ ਆਮ ਤੌਰ ਤੇ ਆਪਾਂ ਕਮੀ ਕਰ ਪਾਉਂਦੇ ਹੈਗੇ। ਹੁਣ ਇਹ ਸਲਾਈਡ ਹੈਗੀ ਹੈ ਸਿਰਫ ਇੰਨਾ ਦਿਖਾਉਣ ਵਾਸਤੇ ਵੀ 1 ਕਿਲੋ ਵਾਟਰਮੈਲਨ ਜਿਹੜਾ ਹੈਗਾ ਉਹ 42 ਗ੍ਰਾਮ ਬਟਰ ਦੇ ਬਰਾਬਰ ਹੈ। ਤੇ ਜੇ ਕੋਈ 1 ਕਿਲੋ ਤਰਬੂਜ ਖਾ ਰਿਹਾ ਜਾਂ 42 ਗ੍ਰਾਮ ਬਟਰ ਖਾ ਰਿਹਾ, ਦੋਨੋਂ ਸੇਮ ਨੇ। ਹਾਈ ਡੈਂਸਿਟੀ ਜਿਹੜਾ ਹੈ, ਜਿੱਦਾਂ ਜਿੱਦਾਂ ਆਪਾਂ ਫੋਟੋ ਦੇ ਥੱਲੇ ਆਈ ਜਾਵਾਂਗੇ ਹਾਈ ਡੈਂਸਿਟੀ ਫੂਡ ਵਧੀ ਜਾਊਗਾ। ਜੇ ਕੋਈ ਚਾਕਲੇਟ ਖਾ ਲੈਂਦਾ 57 ਗ੍ਰਾਮ ਜਾਂ 80 ਗ੍ਰਾਮ ਚਾਕਲੇਟ ਕੇਕ ਖਾ ਲੈਂਦਾ ਜਾਂ 125 ਗ੍ਰਾਮ ਆਈਸਕ੍ਰੀਮ ਖਾ ਲੈਂਦਾ ਤਾਂ 1 ਕਿਲੋ ਵਾਟਰਮੈਲਨ ਦੇ ਬਰਾਬਰ ਹੈ। ਤੇ ਇਹ ਜਿਹੜੀਆਂ ਨੇ ਇਹ ਸਾਰੇ ਫੂਡ ਆਈਟਮਸ 300 ਕੈਲਰੀ ਦੇ ਨੇ। ਤੇ ਆਪਾਂ ਆਮ ਤੌਰ ਤੇ ਬੜੇ ਆਰਾਮ ਨਾਲ ਇੱਕ ਟਿੱਕੀ ਬਟਰ ਜਿਹੜਾ ਹੈ ਉਹ ਆਪਾਂ ਪਰਾਂਠੇ ਤੇ ਰੱਖ ਲੈਂਦੇ ਹਾਂ ਤੇ ਆਪਾਂ ਕਹਿੰਦੇ ਹਾਂ ਵੀ ਆਪਾਂ ਕੁਝ ਖਾਂਦੇ ਨਹੀਂ ਜੀ, ਤੇ ਸਿਰਫ ਇੱਕ ਟਿੱਕੀ ਬਟਰ ਦੀ ਖਾਂਦੇ ਆ ਪਰਾਂਠੇ ਦੇ ਨਾਲ। ਤੇ ਤੁਸੀਂ ਦੇਖੋ ਜੇ ਪਰਾਂਠਾ 2 ਪਰਾਂਠੇ ਬੰਦੇ ਨੇ ਖਾਦੇ ਤੇ 160 ਕੈਲਰੀ ਦਾ ਇੱਕ ਪਰਾਂਠਾ, ਤੇ ਜੇ 2 ਪਰਾਂਠੇ ਖਾਦੇ 320 ਕੈਲਰੀ 2 ਪਰਾਂਠੇ ਦੇ ਉੱਤੇ ਆਪਾਂ 2 ਟਿੱਕੀਆਂ ਬਟਰ ਲਾ ਲਿਆ ਤੇ ਆਪਾਂ ਬੇਸਿਕਲੀ ਪੂਰੇ ਦਿਨ ਦੀ ਡਾਈਟ ਇੱਕ ਟਾਈਮ ਤੇ ਖਾ ਲਈ। ਤੇ ਜਦੋਂ ਆਪਾਂ ਇਸ ਨੂੰ ਲੈ ਕੇ ਡਿਸਕਸ ਕਰਦੇ ਹਾਂ ਪੇਸ਼ੈਂਟ ਨਾਲ, ਤੇ ਪੇਸ਼ੈਂਟ ਕਈ ਵਾਰੀ ਓਫੈਂਡਡ ਫੀਲ ਕਰਦਾ ਵੀ ਸਾਨੂੰ ਖਾਣ ਤੋਂ ਮਨਾ ਕੀਤਾ ਜਾ ਰਿਹਾ। ਬਟ ਇਹ ਸਿੰਪਲ ਜਿਹਾ ਅਰਥਮੈਟਿਕ ਹੈ ਜਿਹਦੇ ਅੰਦਰ ਜੇ ਆਪਾਂ ਨੰਬਰ ਆਫ ਕੈਲਰੀਜ਼ ਰਿਸਟ੍ਰਿਕਟ ਕਰਾਂਗੇ ਆਪਣੀਆਂ ਤਾਂ ਹੀ ਸਾਡਾ ਭਾਰ ਘਟੇਗਾ, ਨਹੀਂ ਤਾਂ ਕੋਈ ਹੋਰ ਤਰੀਕਾ ਨਹੀਂ ਹੈ। ਦੂਜੇ ਪਾਸੇ ਆਉਂਦਾ ਵੀ ਮੈਂ ਵਰਜਿਸ਼ ਕਰ ਸਕਦਾ, ਵੀ ਮੈਂ ਬਹੁਤ ਕੰਮ ਕਰ ਸਕਦਾ। ਹੁਣ ਬਹੁਤ ਕੰਮ 'ਚ ਕੀ ਹੈ ਤੁਸੀਂ ਦੇਖੋਗੇ ਵੀ ਇਹ ਚਾਰਟ ਦੇ ਅੰਦਰ ਸਿੰਪਲ ਇੱਕ ਦਿੱਤਾ ਗਿਆ ਵੀ ਹਾਂਜੀ ਜੇ ਆਪਾਂ ਸੁੱਤੇ ਪਏ ਹਾਂ, ਬੈਠੇ ਹਾਂ, ਖੜੇ ਹਾਂ,
ਜਾਂ ਡਰਾਈਵਿੰਗ ਕਰਦੇ ਪਏ ਹਾਂ ਇਹਦੇ ਅੰਦਰ, ਜਾਂ ਹਾਊਸ ਵਰਕ ਘਰ ਦਾ ਕੰਮ ਕਰਦੇ ਪਏ ਹਾਂ, ਆਫਿਸ ਵਰਕ ਕਰਦੇ ਪਏ ਹਾਂ, ਮਿਹਨਤ ਜ਼ਰੂਰ ਲੱਗਦੀ ਹੈ ਬਟ ਫਾਈਨਲੀ 'ਚ ਕੋਈ ਕੈਲਰੀ ਲਾਸ ਹੈ ਨਹੀਂ ਹੈਗਾ। 1 ਘੰਟੇ ਦੇ ਅੰਦਰ ਅਸੀਂ ਸੋ ਕੇ 60 ਕੈਲਰੀ ਲੂਜ਼ ਕਰਦੇ ਹਾਂ, ਜਾਂ 1 ਘੰਟੇ ਅਸੀਂ ਘਰ ਦਾ ਕੰਮ ਜਾਂ ਆਫਿਸ ਦਾ ਕੰਮ ਕਰਕੇ 140 ਕੈਲਰੀ ਲੂਜ਼ ਕਰਦੇ ਹਾਂ। ਸੋ ਸਾਡਾ ਮਾਈਂਡ ਕੰਮ ਕਰਦਾ ਪਿਆ, ਸ਼ਾਇਦ ਥੱਕਦਾ ਪਿਆ, ਬਟ ਫਿਜ਼ੀਕਲੀ ਕੈਲਰੀ ਲੂਜ਼ ਨਹੀਂ ਹੋ ਰਿਹਾ। ਬਟ ਜੇ ਦੂਜੇ ਪਾਸੇ ਕਹੀਏ ਵੀ ਹਾਂਜੀ ਮੈਂ ਤਾਂ ਸੈਰ ਤੇ ਜਾਂਦਾ, 1 ਘੰਟਾ ਸੈਰ ਕਰਨ ਦੇ ਨਾਲ ਆਪਾਂ 2 ਰੋਟੀਆਂ ਜੋਗੀ ਕੈਲਰੀ ਵੇਸਟ ਕਰਦੇ ਹਾਂ, ਤੇ ਜੇ ਕੋਈ 2 ਰੋਟੀਆਂ ਘਟਾ ਦੇ ਉਹ 1 ਘੰਟਾ ਸੈਰ ਦੇ ਬਰਾਬਰ ਹੈ। ਤੇ ਜਿਹੜੇ ਬੰਦੇ ਸੈਰ ਤੇ ਨਹੀਂ ਜਾ ਸਕਦੇ, ਗੋਡੇ ਦੇ ਦਰਦ ਨੇ, ਭਾਰ ਬਹੁਤ ਜ਼ਿਆਦਾ ਹੈ, ਮੈਂ ਤਾਂ ਹਿੰਮਤ ਨਹੀਂ ਕਰ ਪਾਉਂਦਾ, ਠੰਡ ਜ਼ਿਆਦਾ ਹੈ, ਇਹ ਉਹ, ਉਹਨਾਂ ਨੂੰ ਸਿੰਪਲ 2 ਰੋਟੀਆਂ ਘਟਾ ਦੇਣ ਤਾਂ 1 ਘੰਟੇ ਦੇ ਵਾਕ ਦੇ ਬਰਾਬਰ ਹੈ। ਜਦੋਂ ਉਹਨਾਂ ਦਾ ਭਾਰ ਘਟ ਜਾਏਗਾ ਤਾਂ ਹੋਪਫੁਲੀ ਉਹਨਾਂ ਦੇ ਗੋਡੇ ਦਰਦ ਵੀ ਖਤਮ ਹੋ ਜਾਣਗੇ ਤੇ ਉਹ ਤੁਰਨ ਜੋਗੇ ਲਾਈਟ ਵੀ ਫੀਲ ਕਰਨਗੇ। ਤੇ ਇਸ ਕਰਕੇ ਜਦੋਂ ਆਪਾਂ ਕਹਿੰਦੇ ਆ ਵੀ ਹਾਂਜੀ ਮੈਂ ਤੁਰ ਨਹੀਂ ਸਕਦਾ 1 ਘੰਟਾ, ਬਟ ਐਟਲੀਸਟ ਜੇ ਆਪਾਂ ਡਾਈਟ ਕੌਨਸ਼ੀਅਸ ਹੋ ਜਾਈਏ, ਆਪਾਂ ਭਾਰ ਘਟਾਉਣ ਵਾਸਤੇ ਸਿੰਪਲ 2 ਰੋਟੀਆਂ ਘਟਾ ਦਈਏ, 1 ਪਰਾਂਠਾ ਘਟਾ ਦਈਏ, ਇਟ ਇਜ਼ ਇਕੁਅਲ ਟੂ ਮੈਂ 1 ਘੰਟੇ ਵਾਕ ਦੇ ਬਰਾਬਰ ਹੈ। ਤੇ ਜੇ ਕੋਈ ਬਹੁਤ ਐਕਸਟ੍ਰੀਮ ਐਕਸਰਸਾਈਜ਼ ਕਰਦਾ ਉਹ ਬੇਸਿਕਲੀ ਵੈਸੇ ਹੀ ਪਤਲਾ ਹੁੰਦਾ ਤੇ ਉਹਦੇ ਐਕਸਟ੍ਰੀਮ ਐਕਸਰਸਾਈਜ਼ ਦੇ ਕਰਨ ਨਾਲ ਉਹਨੂੰ ਓਵਰ ਈਟਿੰਗ ਦੀ ਲੋੜ ਪੈਂਦੀ ਹੈ, ਉਹਨੂੰ ਆਂਡੇ ਖਾਣੇ ਪੈਂਦੇ, ਉਹਨੂੰ ਦੁੱਧ ਪੀਣਾ ਪੈਂਦਾ ਤਾਂ ਕਿ ਉਹ ਐਕਸਟ੍ਰੀਮ ਐਕਸਰਸਾਈਜ਼ ਦੇ ਵਿਚਕਾਰ ਲਾਸ ਆਫ ਕੈਲਰੀ ਨੂੰ ਗੇਨ ਬੈਕ ਕਰ ਸਕੇ। ਤੇ ਇਸ ਕਰਕੇ ਆਪਾਂ ਡਿਸਕਸ ਦੂਜੇ ਪਾਸੇ ਕਰ ਰਹੇ ਹਾਂ ਵੀ ਓਵਰਵੇਟ ਨੂੰ ਕਿੱਦਾਂ ਭਾਰ ਘਟਾਉਣਾ ਹੈ। ਤੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਸੀ ਵੀ ਜਿੰਨੀ ਐਕਸਰਸਾਈਜ਼ ਦੀ ਲੋੜ ਹੈ ਆਪਣੀ ਕੈਲਰੀ ਕੰਟਰੋਲ ਵਾਸਤੇ ਉਹ ਬਹੁਤ ਐਕਸਟ੍ਰੀਮ ਹੈ। ਤੁਸੀਂ 1 ਘੰਟਾ ਬਾਸਕਟਬਾਲ ਖੇਲੋਗੇ ਤਾਂ ਜਾ ਕੇ ਆਪਣੀ 500 ਕੈਲਰੀ ਘਟਾ ਪਾਓਗੇ। ਜੇ ਤੁਸੀਂ 1 ਘੰਟਾ ਬਾਸਕਟਬਾਲ ਖੇਲ ਸਕਦੇ ਹੋ ਸ਼ਾਇਦ ਤੁਹਾਨੂੰ ਕੈਲਰੀ ਘਟਾਉਣ ਦੀ ਲੋੜ ਹੀ ਨਾ ਪਵੇ। ਤੇ ਇਸ ਕਰਕੇ ਡਾਈਟ 'ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ। ਤੇ ਜੇ ਆਪਾਂ ਡਾਈਟ 'ਤੇ ਫੋਕਸ ਕਰਦੇ ਹਾਂ, ਆਪਣੀ ਕੈਲਰੀ ਇਨਟੇਕ ਘਟਾਉਂਦੇ ਹਾਂ ਤੇ ਆਪਣਾ ਭਾਰ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ। ਜਦੋਂ ਆਪਾਂ 4-5 ਕਿਲੋ ਭਾਰ ਘਟਾ ਲਿਆ, ਸਾਡਾ ਆਪਣੇ ਆਪ ਤੁਰਨ ਨੂੰ ਮਨ ਕਰਦਾ, ਸਾਡੇ ਗੋਡੇ ਦਰਦ ਘਟ ਜਾਂਦੇ ਹੈ ਤੇ ਉਸ ਤੋਂ ਬਾਅਦ ਵੇਟ ਮੇਨਟੇਨ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਤੇ ਇਸ ਕਰਕੇ ਆਪਾਂ ਨੂੰ ਡਾਈਟ 'ਤੇ ਬਹੁਤ ਧਿਆਨ ਦੇਣਾ ਚਾਹੀਦਾ ਹੈ। ਸੋ ਸਮਰੀ 'ਚ ਮੈਂ ਇਹ ਕਹੂੰਗਾ ਵੀ ਹਾਂਜੀ ਕੋਈ ਵੀ ਡਾਈਟ ਜਿਹੜੀ ਹੈ ਉਹ ਕੋਈ ਗਾਰੰਟੀ ਨਹੀਂ ਹੈਗੀ ਵੀ ਆਪਾਂ ਵਾਕਈ ਹੀ ਇੱਦਾਂ ਦੀ ਡਾਈਟ ਖਾਵਾਂਗੇ ਤੇ ਆਪਾਂ ਘਟ ਜਾਵਾਂਗੇ। ਕਾਫੀ ਫੇਮਸ ਡਾਈਟਸ ਹੈਗੀਆਂ ਜੀ, ਆਹ ਵਾਲੀ ਡਾਈਟ ਖਾ ਲਓ, ਉਹ ਵਾਲੀ ਡਾਈਟ ਖਾ ਲਓ, ਰਿਵਰਸ ਫਾਸਟਿੰਗ ਕਰ ਲਓ। ਸੋ ਲੋਕਾਂ ਨੇ ਕਈ ਆਪਣੇ ਫੰਡੇ ਦਿੱਤੇ ਬਟ ਬੇਸਿਕਲੀ ਓਵਰਆਲ ਜਿਹੜਾ ਵੀ ਤੁਸੀਂ ਡਾਈਟ ਲੈਂਦੇ ਹੋ ਉਹਦੇ 'ਚ ਓਵਰਆਲ ਕੈਲਰੀ ਵੈਲਿਊ ਦਾ ਧਿਆਨ ਦਿਓ। ਜੇ ਕੈਲਰੀ ਵੈਲਿਊ ਠੀਕ ਨਹੀਂ ਹੈਗੀ ਤਾਂ ਸ਼ਾਇਦ ਆਪਣੇ ਵਾਸਤੇ ਵੇਟ ਕੰਟਰੋਲ ਕਰਨਾ ਔਖਾ ਹੈ। ਸੋ ਆਪਣਾ ਆਈਡੀਅਲ ਬਾਡੀ ਵੇਟ ਲੱਭ ਕੇ ਰੱਖੋ ਕਿੰਨਾ ਹੈਗਾ ਤੇ ਉਹਨੂੰ ਟਾਰਗੇਟ ਬਣਾ ਕੇ ਰੱਖੋ ਤੇ ਉਹਦੇ ਵੱਲ ਪ੍ਰੋਗਰੈਸ ਕਰਦੇ ਰਹੋ। ਇਹ ਜ਼ਰੂਰੀ ਨਹੀਂ ਹੈ ਵੀ 1 ਮਹੀਨੇ 'ਚ ਹੀ ਆਪਾਂ ਆਈਡੀਅਲ ਬਾਡੀ ਵੇਟ 'ਤੇ ਪਹੁੰਚ ਜਾਣਾ। ਤੇ ਮੇਰੇ ਹਿਸਾਬ ਨਾਲ ਜੇ ਆਪਾਂ 3 ਹਫ਼ਤੇ 'ਚ 1 ਕਿਲੋ ਵੇਟ ਲੂਜ਼ ਕਰ ਰਹੇ ਹਾਂ ਤੇ ਆਪਾਂ ਬਹੁਤ ਵਧੀਆ ਜਾ ਰਹੇ ਹਾਂ ਤੇ ਆਪਣੀ ਸਿਹਤ ਵੀ ਠੀਕ ਰਹੇਗੀ ਤੇ ਹੌਲੀ ਹੌਲੀ ਵੇਟ ਘਟਣ ਦੇ ਨਾਲ ਸਾਡਾ ਸਰੀਰ ਵੀ ਟੁੱਟੇਗਾ ਨਹੀਂ ਤੇ ਸਰੀਰ ਦੀ ਤਾਕਤ ਬਣੀ ਰਹੇਗੀ। ਤੇ ਜੇ ਆਪਾਂ ਮੰਨ ਲਓ 10 ਕਿਲੋ ਵੇਟ ਲੂਜ਼ ਕਰਨਾ ਹੈ ਤੇ ਆਪਾਂ ਜੇ 6 ਮਹੀਨਿਆਂ 'ਚ ਜਾਂ 30 ਹਫ਼ਤਿਆਂ 'ਚ ਲੂਜ਼ ਕੀਤਾ ਵੇਟ ਤੇ ਉਹ ਬਹੁਤ ਚੰਗੀ ਗੱਲ ਹੈ। ਤੇ ਇਸ ਕਰਕੇ ਗ੍ਰੈਜੂਅਲ ਵੇਟ ਲਾਸ ਕਰੋ। 0.5 kg ਪਰ ਵੀਕ ਇਜ਼ ਲਾਈਕ ਆਈਡੀਅਲ ਥਿੰਗ। ਤੇ ਜੇ ਕੋਈ 1 kg ਕਰਦਾ ਵੀ ਹੈ ਬਟ ਇਟ ਸ਼ੁੱਡ ਨਾਟ ਬੀ ਸੌਟ ਆਫ ਮੇਨਟੇਨ ਫॉर ਲੌਂਗ ਕਿਉਂਕਿ ਨਿਊਟ੍ਰੀਸ਼ਨ ਦੀ ਕਮੀ ਦੇ ਨਾਲ ਦਿੱਕਤ ਹੋ ਸਕਦੀ ਹੈ। ਤੇ 500 ਕੈਲਰੀ ਤੋਂ ਜ਼ਿਆਦਾ ਆਪਣੇ ਆਪ ਨੂੰ ਡਾਈਟ ਰਿਸਟ੍ਰਿਕਟ ਨਹੀਂ ਕਰਨੀ ਚਾਹੀਦੀ ਕਿਉਂਕਿ ਸਡਨਲੀ ਸਾਨੂੰ ਲੱਗਦਾ ਵੀ ਆਪਾਂ 4 ਦਿਨਾਂ 'ਚ ਪਤਲੇ ਹੋਣਾ ਤੇ ਆਪਾਂ ਸਭ ਛੱਡ ਕੇ ਸੈਲਡ ਖਾਣਾ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਕਿ ਹੌਲੀ ਹੌਲੀ ਸਾਡੀ ਪ੍ਰੋਟੀਨ ਡੈਫੀਸ਼ੀਐਂਸੀ ਲਿਆ ਕੇ ਸਾਡੇ ਗੋਡੇ ਤੇ ਪਿੱਠ ਤੇ ਮੋਢਿਆਂ ਦੇ ਦਰਦ ਵਧਾ ਦਿੰਦਾ ਕਿਉਂਕਿ ਸਾਡੀ ਲਿਗਮੈਂਟ ਜਿਹੜੇ ਨੇ ਤੇ ਜਿਹੜੇ ਮਸਲਸ ਨੇ ਉਹ ਪ੍ਰੋਟੀਨ ਡੈਫੀਸ਼ੀਐਂਟ ਦੇ ਅੰਦਰ ਡੀਜਨਰੇਟ ਹੋਣੀ ਸ਼ੁਰੂ ਕਰ ਦਿੰਦੇ। ਇਸ ਕਰਕੇ ਹੈਲਦੀ ਲਾਈਫਸਟਾਈਲ ਮੇਨਟੇਨ ਕਰੋ, ਦਿਮਾਗ ਦਾ ਫੋਕਸ ਰੱਖੋ ਵੀ ਅਸੀਂ ਭਾਰ ਘਟਾਉਣਾ ਤੇ ਕੈਲਰੀ ਇਨਟੇਕ ਘਟਾਓ। ਬਸ ਮੈਂ ਅੱਜ ਇੰਨਾ ਹੀ ਕਹਿਣਾ ਚਾਹੁੰਦਾ ਸੀ। ਪਲੀਜ਼ ਜੇ ਕੋਈ ਕੁਐਸਚਨਸ ਨੇ ਤੇ ਤੁਸੀਂ ਕਮੈਂਟਸ ਪੋਸਟ ਕਰੋ, ਵੀ ਵਿਲ ਬੀ ਹੈਪੀ ਟੂ ਆਨਸਰ ਇਟ ਐਨੀ ਟਾਈਮ। ਥੈਂਕ ਯੂ ਸੋ ਮਚ ਫॉर योर काइंड लिसनिंग।